ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਕਾਰਯੋਗ ਗੁਰੂ ਸਵਾਰੇ ਗੁਰੂ ਪਿਆਰੇ ਗੁਰੂ ਕਾ ਖਾਸ ਰੂਪ ਖਾਲਸਾ ਸਾਧ ਸੰਗਤ ਜੀਓ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਅੰਮ੍ਰਿਤ ਕੇ ਦਾਤੇ ਤਿੰਨਾਂ ਦੀ ਚਰਨ ਛੋਹ ਪਵਿੱਤਰ ਧਰਤੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਲੋਕ ਪਲੋ ਪਰਲੋਕ ਦੇ ਰਹਿਬਰ ਰਕਸ਼ਾ ਕਰਨ ਹਾਰੇ ਜੀਵਨ ਨਾਮ ਰੂਪੀ ਜਹਾਜ਼ਰ ਤੇ ਬਿਠਾਲ ਕਰ ਭਵਜਲ ਤੋਂ ਪਾਰ ਕਰਨ ਵਾਲੇ ਸਤਿਗੁਰੂ ਜੀ ਦੀ ਗੋਦ ਦਾ ਆਨੰਦ ਮਾਣਦੇ ਹੋਏ ਆ ਰਹੇ ਸਾਹਿਬ ਦੇ ਬਚਨਾਂ ਨੂੰ ਪੜ੍ਹਦੇ ਸੁਣਦੇ। ਦਿਆਲੂ ਕਿਰਪਾਲੂ ਸਤਿਗੁਰੂ ਮਹਾਰਾਜ ਦੀਨ ਦੁਨੀ ਦੇ ਮਾਲਕ ਸਾਨੂੰ ਕਲਯੁਗ ਜੀਵਾਂ ਨੂੰ ਸਮਝਾਉਣ ਵਾਸਤੇ ਸਮਝਾਉਂਦਿਆਂ ਹੋਇਆਂ ਤੁਰ ਦਰਗਾਹ ਦੇ ਵਿੱਚੋਂ ਬੜੇ ਬੜੇ ਅਮੋਲਕ ਬਚਨ ਲਿਆ ਕੇ ਸਮਝਾਉਣ ਦਾ ਯਤਨ ਪਏ ਕਰਦੇ ਨੇ। ਗੱਲ ਸਾਡੀ ਸਮਝ ਵਿੱਚ ਆ ਜਾਵੇ, ਅਸੀਂ ਜੀਵਨ ਆਪਣਾ ਉਸ ਅਨੁਸਾਰ ਬਸਰ ਕਰ ਸਕੀਏ। ਪਾਤਸ਼ਾਹ ਸਾਡੇ ਤੇ ਕਿਰਪਾਲਤਾ ਕੀਤੀ, ਸੰਸਾਰ ਨੂੰ ਬਾਣੀ ਕਾ ਬੋਹਿਥ ਬਾਣੀ ਕਾ ਜਹਾਜ਼ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਖਸ਼ਿਸ਼ ਕੀਤਾ ਹੈ। ਤੁਰ ਦਰਗਾਹੀ ਬਚਨ ਔਰ ਉਹਨਾਂ ਤੁਰ ਦਰਗਾਹੀ ਬਚਨਾਂ ਦੀ ਗੁਰੂ ਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਦੇ ਦੁਆਰਾ ਵਿਚਾਰ ਭੱਟਾਂ ਦੇ ਸਵਈਆਂ ਦੀ ਚੱਲਦੀ ਆ ਰਹੀ ਏ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 1401 ਅੰਗ ਤੋਂ ਅੱਜ ਦੀ ਵਿਚਾਰ ਦੀ ਪ੍ਰਾਰੰਭਤਾ ਹੁੰਦੀ ਹੈ। ਮਹਾਰਾਜ ਕਿਰਪਾਲੂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਵਰੂਪ ਲਿਖਵਾ ਰਹੇ ਸਨ, ਭੱਟ ਸਾਹਿਬਾਨਾਂ ਆ ਬੇਨਤੀਆਂ ਕੀਤੀਆਂ, ਮਹਾਰਾਜ ਦਾਤਾਰ ਜੀ ਸਾਨੂੰ ਸ਼ਾਂਤੀ ਕਿਦਿਓ ਨਹੀਂ, ਸਕੂਨ ਕਿਦਿਓ ਨਹੀਂ, ਸਾਡੇ ਤੇ ਕਿਰਪਾ ਕਰੋ। ਪੜ੍ਹ ਪੜ੍ਹਾ ਬਹੁਤ ਲਿਆ ਹੈ ਪਰ ਅੰਦਰ ਦੀ ਸ਼ਾਂਤੀ ਸਕੂਨ ਠਰਮਾ ਟਿਕਾਊ ਕੋਈ ਨਹੀਂ। ਮਹਾਰਾਜ ਨੇ ਕਿਹਾ ਸਾਹਿਬਾਂ ਦੀ ਉਸਤਤ ਗਾਓ, ਗੁਰੂ ਸਾਹਿਬਾਂ ਦੀ। ਕਹਿੰਦੇ ਮਹਾਰਾਜ ਸਾਨੂੰ ਗਾਉਣੀ ਨਹੀਂ ਆਉਂਦੀ, ਆਪ ਪਹਿਲਾਂ ਦੱਸ ਦਿਓ, ਉਸੇ ਤਰ੍ਹਾਂ ਅਸੀਂ ਗਾਵਾਂਗੇ। ਫਿਰ ਗੁਰੂ ਅਰਜਨ ਦੇਵ ਮਹਾਰਾਜ ਨੇ ਪਹਿਲਾਂ ਸਵਈਏ ਉਚਾਰੇ, ਫਿਰ ਭੱਟਾਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਉਸਤਤ ਅੰਦਰ, ਗੁਰੂ ਅੰਗਦ ਦੇਵ ਮਹਾਰਾਜ ਦੀ ਉਸਤਤ ਅੰਦਰ, ਗੁਰੂ ਅਮਰਦਾਸ ਮਹਾਰਾਜ ਜੀ ਦੀ ਉਸਤਤ ਕੀਤੀ। ਫਿਰ ਭੱਟ ਸਾਹਿਬਾਨ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਨਹਾਰੇ ਧਾਰਿਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਉਸ ਪਾਰ ਬ੍ਰਹਮ ਸਰੂਪ ਦਾ ਜਿਹੜਾ ਆ ਜਸ ਪਏ ਗਾਇਨ ਕਰਦੇ ਨੇ। ਗੁਰੂ ਰਾਮਦਾਸ ਮਹਾਰਾਜ ਦਾ ਜਸ ਗਾਇਨ ਕਰਦਿਆਂ ਭੱਟ ਸਾਹਿਬਾਨ ਬੜੇ ਪ੍ਰੇਮ ਦੇ ਨਾਲ ਬਚਨ ਪਏ ਕਰਦੇ ਨੇ। ਜਿਹ ਅੰਮ੍ਰਿਤ ਬਚਨ ਬਾਣੀ ਸਾਧੂ ਜਨ ਜਪੈ ਕਰ ਬਚਿਤ ਚਾਓ। ਜਿਹੜੇ ਧੰਨ ਗੁਰੂ ਰਾਮਦਾਸ ਮਹਾਰਾਜ ਦੀਨ ਦੁਨੀ ਦੇ ਮਾਲਕ ਨੇ। ਭੱਟ ਜੀ ਕਹਿੰਦੇ ਦੁਨੀਆ ਦੇ ਲੋਗੋ
ਉਹਦੇ ਬਚਨ ਜਿਹੜੇ ਆ ਨਾ ਉਹ ਹੈ ਅੰਮ੍ਰਿਤ ਬਾਣੀ। ਅੰਮ੍ਰਿਤ ਬਾਣੀ ਜਿਹੜੀ ਆ ਨਾ ਉਹ ਗੁਰੂ ਦੇ ਧੁਰ ਦਰਗਾਹੀ ਬਚਨ ਨੇ। ਉਹ ਕਿਸੇ ਮਨੁੱਖ ਦੇ ਨਹੀਂ, ਸੰਸਾਰ ਦੇ ਬੋਲ ਨਹੀਂ। ਉਹਨੂੰ ਸਾਹਿਬ ਜੀ ਨੇ ਬਾਣੀ ਅੰਦਰ ਵੀ ਇਹ ਹੋਰ ਥਾਂ ਵੀ ਬਚਨ ਕਹੇ, ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਟਾਈ। ਇਹ ਧੁਰ ਤੋਂ ਆਈ ਬਾਣੀ ਹੈ ਜਿਹੜੀ ਅੰਦਰੋਂ ਮ੍ਰਿਤੂ ਦਾ ਭੈ ਖਤਮ ਕਰ ਦਿੰਦੀ ਏ, ਅੰਦਰ ਜੀਵਨ ਨੂੰ ਖੁਸ਼ਹਾਲ ਕਰ ਦਿੰਦੀ ਏ। ਮਹਾਰਾਜ ਸਾਹਿਬ ਕਹਿੰਦੇ ਨੇ, ਭੱਟ ਸਾਹਿਬ ਗੁਰੂ ਰਾਮਦਾਸ ਸਾਹਿਬ ਦੀ ਉਸਤਤ ਕਰਦੇ ਆ। ਗੁਰੂ ਰਾਮਦਾਸ ਸਾਹਿਬਾਂ ਦੇ ਜਿਹੜੇ ਬੋਲ ਆ ਨਾ, ਬਚਨ ਨੇ, ਉਹ ਧੁਰ ਕੀ ਬਾਣੀ ਦੇ ਨੇ। ਜੈ ਅੰਮ੍ਰਿਤ ਬਚਨ ਬਾਣੀ, ਜਿਹਦੇ ਅੰਮ੍ਰਿਤਮਈ ਬਚਨ ਨੇ, ਗੁਰੂ ਸਰੂਪ ਏ ਬਾਣੀ। ਤੇ ਉਹ ਬਚਨ ਜਿਹੜੇ ਨੇ, ਸਾਧੂ ਜਨ ਜਪੈ ਕਰ ਬਚਿਤ ਚਾਓ। ਜਿਹੜੇ ਸਾਧਨਾ ਕਰਨ ਵਾਲੇ ਸਾਧੂ ਜਾਨੇ ਨਾ, ਆਪਣੇ ਆਪ ਨੂੰ ਸਧਾਰਨ ਵਿੱਚ ਲੱਗੇ। ਸਾਧੂ ਕਿਸੇ ਤਨ ਦੇ ਲਿਬਾਸ ਦਾ ਨਾਂ ਨਹੀਂ, ਸਾਧੂ ਕਿਸੇ ਫਿਰਕੇ ਦਾ ਨਾਂ ਨਹੀਂ, ਸਾਧੂ ਸਰੀਰ ਦਾ ਨਾਂ ਨਹੀਂ। ਹੁਣ ਤਾਂ ਸੰਸਾਰ ਵਿੱਚ ਇਸ ਨਾਮ ਦੇ ਨਾਲ ਲੱਭਣੇ ਹੋਈ ਹੈ ਤੇ ਸੈਂਕੜਿਆਂ ਦੀ ਗਿਣਤੀ 'ਚ ਕੀ ਹਜ਼ਾਰਾਂ ਦੀ ਤਾਦਾਦ ਅੰਦਰ ਲਿਭ ਜਾਣਗੇ। ਉਹ ਨਾਂ ਆਪਣੀ ਪਹਿਚਾਨ ਨੂੰ ਬਣਾਇਆ ਹੈ, ਇੱਕ ਰੱਖਿਆ ਗਿਆ। ਸਭਨਾਂ ਦੇ ਨਾਮ ਤਜਵੀਜ਼ ਕੀਤੇ ਜਾਂਦੇ ਨੇ, ਪਰ ਸਾਧੂ ਨਾਮ ਆ ਸੁਧਰਨ ਦਾ, ਸਾਧੂ ਨਾਮ ਆ ਜੀਵਨ ਸਬਰ ਜਾਣ ਦਾ, ਉਸ ਮਾਰਗ ਤੇ ਤੁਰ ਪੈਣ ਦਾ। ਤੇ ਉਹਨੇ ਜੇ ਆਪਣੇ ਜੀਵਨ ਨੂੰ ਨਹੀਂ ਸਾਧਿਆ ਤੇ ਫਿਰ ਕੀ ਫਾਇਦਾ ਸਾਧੂ ਅਖਵਾਉਣ ਦਾ। ਸਾਧੂ ਹੋ ਕੇ ਜੇ ਮਨ ਨੂੰ ਸਾਧਿਆ ਨਾ ਤਾਂ ਕੀ ਫਾਇਦਾ ਸਾਧ ਅਖਵਾਉਣ ਦਾ ਹੀ। ਫਿਰ ਫਾਇਦਾ ਕੀ ਹੋਇਆ? ਸਾਧ ਨਾਮ ਕਿਸੇ ਤਨ ਦਾ ਨਹੀਂ, ਸਾਧ ਨਾਮ ਕਿਸੇ ਚੋਲੇ ਦਾ ਨਹੀਂ, ਸਾਧ ਨਾਮ ਕਿਸੇ ਪਿੰਟ ਕੋਟ ਦਾ ਨਹੀਂ, ਸਾਧ ਨਾਮ ਕਿਸੇ ਡੇਰੇ ਦਾ ਨਹੀਂ, ਸਾਧ ਨਾਮ ਇੱਕ ਫਿਰਕੇ ਦਾ ਨਹੀਂ। ਸਾਧੂ ਹੈ ਜਿਹੜਾ ਸਿਮਰਨ ਵਿੱਚ ਜੁਟ ਗਿਆ ਹੈ ਤੇ ਸਿਮਰਨ ਕਰਦਾ, ਅੰਦਰੋਂ ਆਪਣੀਆਂ ਬਿਰਤੀਆਂ ਨੂੰ, ਆਪਣੇ ਵਿਚਾਰਾਂ ਨੂੰ ਪਵਿੱਤਰ ਕਰਨ ਲੱਗ ਪਿਆ ਹੈ, ਅੰਤਸ਼ਕਰਨ ਨੂੰ ਪਵਿੱਤਰ ਕਰਨ ਲੱਗ ਪਿਆ ਹੈ। ਉਹ ਘਰ ਪਰਿਵਾਰ ਅੰਦਰ ਬੈਠਾ ਵੀ ਸਾਧੂ ਹੈ, ਸਿਮਰਨ ਵਾਲੀ ਰੂਹ ਹੈ। ਕਾਰੋਬਾਰ ਕਰਦਾ ਹੋਇਆ ਵੀ ਉਹ ਮਹਾਤਮਾ ਹੈ। ਤੇ ਇੱਕ ਔਰ ਚੌਂਕੜਾ ਲਾ ਕੇ ਝੌਪੜੀ ਵਿੱਚ ਬੈਠਾ ਹੋਇਆ ਵੀ ਰੱਬ ਦਾ ਪਿਆਰਾ ਹੈ, ਜੇ ਉਹ ਜਪਦਾ ਹੈ ਅੰਦਰੋਂ। ਜੇ ਜਪਦਾ ਨਹੀਂ ਨਾ ਤੇ ਭਾਵੇਂ ਉਹਨੇ ਡੇਰੇ 'ਚ ਬੈਠਾ ਤੇ ਭਾਵੇਂ ਉਹ ਝੌਪੜੀ 'ਚ ਬੈਠਾ, ਭਾਵੇਂ ਪਰਿਵਾਰ 'ਚ ਬੈਠਾ, ਦੁਹਾਈ ਰੱਬ ਦੀ, ਮਹਾਰਾਜ ਨੇ ਉਹਨੂੰ ਸਾਧੂ ਨਹੀਂ ਜੇ ਕਿਹਾ। ਮਹਾਰਾਜ ਸੱਚੇ ਪਾਤਸ਼ਾਹ ਭੱਟ ਕਹਿੰਦੇ, ਸਾਧੂ ਜਨ, ਜਿਹੜੇ ਸਾਧੂ ਜਨ ਨੇ ਉਹ ਜਪਦੇ ਨੇ, ਸਾਧਨਾ ਕਰਨ ਵਾਲੇ ਵੀ ਜਪਦੇ। ਜਨ ਜੀਵ ਜਿਹੜੇ ਸੰਸਾਰ ਦੇ ਨੇ ਉਹ ਵੀ ਆ ਕੇ ਤੇਰੇ ਬਚਨਾਂ ਨੂੰ ਕਮਾਉਂਦੇ ਨੇ, ਧਿਆਉਂਦੇ ਨੇ, ਔਰ ਉਹ ਵੀ ਤੇਰੇ ਤੋਂ ਆ ਕੇ ਆਪਣੀਆਂ ਇੱਛਾਵਾਂ ਪੂਰੀਆਂ ਕਰਦੇ ਨੇ। ਤੇ ਜਪੇ ਜਪਦੇ ਕਿਵੇਂ ਨੇ? ਕਰ ਬਚਿਤ ਚਾਓ, ਵਿਸ਼ੇਸ਼ ਕਰਕੇ ਬੇ ਪਲਸ ਚਿੱਤ, ਔਰ ਬੇਵਿਸ਼ੇਸ਼ ਕਰਕੇ ਚਿੱਤ ਜੋੜ ਕੇ, ਆਪਣੇ ਚਿੱਤ ਵਿੱਚ ਹਿੱਸਾ ਕਰਾ ਉਹਨੂੰ ਬਣਾ ਕੇ, ਔਰ ਬਾਣੀ ਨੂੰ ਪੜ੍ਹਦਿਆਂ ਪੜ੍ਹਦਿਆਂ ਚੇਤੇ ਕਰਕੇ। ਆਮ ਆਪਾਂ ਨੂੰ ਗੁਟਕਾ ਸਾਹਿਬ ਲੈ ਕੇ ਬੈਠਣਾ ਪੈਂਦਾ ਹੈ ਨਾ, ਉਹ ਬਾਣੀ ਦੇ ਸ਼ਬਦ ਚੇਤੇ ਕਰ ਲੈਂਦੇ ਨੇ। ਬਈ ਆਪਾਂ ਇਹ ਕਹਿ ਲੈਂਦੇ ਨਾ ਕਿ ਇਹਨੂੰ ਜ਼ਬਾਨੀ ਯਾਦ, ਉਹ ਚੇਤੇ ਕਰ ਲੈਂਦੇ, ਚਿੱਤ ਵਿੱਚ ਵਸਾ ਲੈਂਦੇ ਨੇ। ਤੇ ਜਿਹੜੀ ਚੀਜ਼ ਚਿੱਤ ਵਿੱਚ ਵਸ ਜਾਵੇ ਨਾ, ਔਰ ਉਹਨੂੰ ਔਰ ਹੋਰ ਕਿੱਥੇ ਮਰਜ਼ੀ ਚਲੇ ਜਾਓ, ਉਹ ਤੁਹਾਡੇ ਚਿੱਤ 'ਚੋਂ ਨਿਕਲਦੀ ਨਹੀਂ। ਇਕਾਗਰਤਾ ਨਾਲ ਪੜ੍ਹੀ ਬਾਣੀ, ਇਕਾਗਰਤਾ ਨਾਲ ਪੜ੍ਹਿਆ ਹੋਇਆ ਲੈਸਨ, ਜਿਹੜੇ ਬੱਚੇ ਧਿਆਨ ਨਾਲ ਪੜ੍ਹਦੇ ਨਹੀਂ ਨਾ, ਮੇਰੀ ਤਰ੍ਹਾਂ ਕਿਤਾਬ ਨੂੰ ਮੂਹਰੇ ਰੱਖ ਕੇ ਬੈਠੇ ਰਹਿੰਦੇ ਨੇ ਤੇ ਨਾ ਉਹਨਾਂ ਦੇ ਪ੍ਰਸ਼ਨ ਕੋਈ ਯਾਦ ਹੁੰਦਾ, ਫਿਰ ਦੂਜੇ ਵੱਲ ਚੋਰੀ ਚੋਰੀ ਝਾਕੀ ਜਾਂਦੇ, ਕੀ ਲਿਖਦਾ ਉਹ ਕੁਝ ਹੋਰ ਲਿਖ ਰਿਹਾ ਹੁੰਦਾ, ਆਪ ਕੁਝ ਹੋਰ ਹੀ ਲਿਖ ਬਹਿੰਦੇ ਨੇ।
ਔਰ ਉਹ ਨਕਲ ਕਰਦੇ ਨੇ। ਸੰਸਾਰ ਵਿੱਚ ਨਕਲ ਬਹੁਤੀ ਛਾ ਗਈ। ਸਿਮਰਨ ਵਾਲੇ ਭਗਤ ਸੰਤ ਗੁਰਸਿੱਖ ਜਿਹੜੇ ਕਮਾਈ ਵਾਲੇ ਥੋੜੇ ਨੇ ਤੇ ਮੇਰੇ ਵਾਲੇ ਨਕਲਚੀ ਜਿਹੜੇ ਨੇ ਬਹੁਤੇ ਨੇ। ਨਕਲ ਕਰਨ ਵਾਲੇ ਬਹੁਤੇ ਨੇ। ਉਹ ਨਕਲ ਮਾਰ ਕੇ ਸੰਸਾਰ 'ਚ ਪਾਸ ਹੁੰਦੇ ਪਏ ਨੇ। ਬਈ ਮੈਂ ਬੜਾ ਵੱਡਾ ਸਾਧੂ ਹਾਂ। 3-4 ਇੱਧਰ ਗੜਵੇ ਵਾਲੇ ਨਾਲ ਲੈ ਲਏ, ਇੱਕ ਬਾਬੇ ਦਾ ਤੌਲੀਆ ਚੱਕੀ ਫਿਰਦਾ, ਇੱਕ ਅੱਗੇ ਬਾਬੇ ਦੀਆਂ ਹੋਕਰਾਂ ਪਿਆ ਮਾਰਦਾ, ਪਰੇ ਜੋ ਬਾਬਾ ਜੀ ਆਉਂਦੇ ਨੇ। ਤੇ ਇੱਕ ਨੂੰ ਮੈਂ ਦੇਖਿਆ, ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲਈ ਇਕੱਠ ਹੋਇਆ ਨਾ, ਵਾਹਿਗੁਰੂ, ਔਰ ਤਖਤ ਸ੍ਰੀ ਦਮਦਮਾ ਸਾਹਿਬ ਇਕੱਠ ਹੋਇਆ ਤੇ ਇਕੱਠ ਹੋਇਆ ਤੇ ਉੱਥੇ ਆਪਣਾ ਮਤ ਜਿਹੜਾ ਲਿਖਤੀ ਰੂਪ 'ਚ ਜਾਂ ਪਹੁੰਚ ਕੇ ਦੇਣਾ ਸੀ। ਜਦੋਂ ਆ ਰੌਲਾ ਪਿਆ ਸੀ ਬਈ ਉਹਨੇ ਝੂਠੇ ਸੌਦੇ ਵਾਲੇ ਨੇ ਜਿਹੜਾ ਉਹ ਬਣਾ ਦਿੱਤਾ ਸੀ ਅੰਮ੍ਰਿਤ, ਉਹਦੇ ਲਈ ਉਦੋਂ ਇਕੱਠ ਹੋਇਆ ਪੰਥ ਦਾ ਤੇ ਇਕੱਠ ਉੱਥੇ ਬੇਸ਼ੁਮਾਰ। ਮੈਨੂੰ ਵੀ ਜਾਣ ਦਾ ਉੱਥੇ ਮੌਕਾ ਮਿਲਿਆ ਤੇ ਤਖਤ ਨੂੰ ਵੱਲੋਂ ਨਮਸਕਾਰ ਕਰਕੇ ਜਿੱਧਰ ਚਰਨ ਕੁੰਟੇ ਉਧਰ ਨੂੰ ਆਉਂਦਿਆਂ ਰਸਤੇ ਵਿੱਚ 2 ਸਿੰਘ ਮਿਲ ਗਏ। ਵਿਚਾਲੇ ਜੇ ਅਸੀਂ ਖੜੇ ਸਾਈਡ ਤੇ ਹੋ ਕੇ ਸੰਗਤ ਨੂੰ ਵੀ ਦਿੱਕਤ ਨਾ ਆਵੇ। ਫਿਰ ਬਾਬਾ ਆਵੇ ਤੇ ਬਾਬੇ ਦੇ ਅੱਗੇ 2-3 ਬੰਦੇ ਭੱਜਣ, ਪਰੇ ਹੋ ਜਾਓ। ਮੈਂ ਕਿਹਾ ਬਈ ਕੀ ਹੋ ਗਿਆ? ਮਹਾਂਪੁਰਸ਼ ਆ ਰਹੇ, ਬਾਬੇ ਆ ਰਹੇ ਨੇ। ਤੇ ਮੈਂ ਕਿਹਾ ਬਾਬਿਆਂ ਦੇ ਸਿੰਘ ਹੈ ਬਈ ਵੱਖੀ ਪਾੜ ਦੇਊਗਾ। ਆ ਸੰਗਤ ਲੰਘੀ ਜਾਂਦੀ ਹੈ, ਬਾਬੇ ਤੋਂ ਲੰਘਿਆ ਨਹੀਂ ਜਾਂਦਾ। ਬਾਬਾ ਸਤਿਗੁਰੂ ਨੂੰ ਵੱਡਾ ਹੈ। ਸਤਿਗੁਰੂ ਕੋਲ ਆਉਣਾ ਨਮਾਣਾ ਬਣ ਕੇ ਆ। ਸਤਿਗੁਰੂ ਕੋਲ ਆਉਂਦਿਆਂ ਤੈਨੂੰ ਕੋਈ ਖਤਰਾ ਨਹੀਂ। ਉਹ ਲੋਕਾਂ ਵਿੱਚ ਆਪਣੀ ਨਾ ਉਹ ਕੀ ਕਹਿੰਦੇ ਹੁੰਦੇ ਆ ਉਹਨੂੰ, ਔਰ ਜ਼ਿਆਦੀ ਟਹਿਲ ਵਹਿਲ ਜੀ ਬਣਾਉਣਾ ਚਾਹੁੰਦੇ ਆ ਬਈ ਸਾਰਿਆਂ ਨੂੰ ਪਤਾ ਲੱਗ ਜੇ, ਜਿਨ੍ਹਾਂ ਨੂੰ ਨਹੀਂ ਪਤਾ। ਤੇ ਦੁਨੀਆ ਜਿਹੜੀ ਸੀ ਮਹਾਰਾਜ ਨੂੰ ਛੱਡ ਕੇ ਕੀਰਤਨ ਅੰਦਰ ਤਖਤੇ ਹੋਈ ਜਾਵੇ, ਲੱਗ ਪਏ ਬਾਬੇ ਦੇ ਨਾਅਰੇ ਲਾਉਣ, ਬਾਬਾ ਜੀ ਆ ਕੇ ਲੈਣਾ ਬਣਾ ਲਓ, ਦਰਸ਼ਨ ਕਰ ਲਈਏ। ਮਹਾਰਾਜ ਦੇ ਦਰਸ਼ਨ ਨਾ ਕਰਿਆ ਜੇ, ਇਹਦੇ ਕਰ ਲਓ ਪਹਿਲਾਂ, ਬਸ ਹੁਣੇ ਮਸਲਾ ਹੱਲ ਹੋ ਜਾਣਾ। ਤੇ ਹੁਣ ਕਾਹਦਾ ਆਉਣਾ ਸੀ? ਉਹ ਆਇਆ, ਅੰਦਰੋਂ ਮੱਥਾ ਟੇਕਿਆ, ਆਪਣਾ ਮੱਤ ਦੇ ਕੇ ਚੱਲਦਾ ਬਣਿਆ। ਮੇਰੇ ਵਰਗੇ ਉੱਥੇ ਖੜੇ। ਮਹਾਰਾਜ ਕਹਿੰਦੇ ਉਹ ਨਹੀਂ, ਉਹ ਆ ਜਿਨ੍ਹਾਂ ਨੇ ਵਿਸ਼ੇਸ਼ ਕਰਕੇ ਜਪਿਆ ਤੇ ਜੀਵਨ ਨੂੰ ਕਮਾਇਆ ਹੈ। ਜਿਨ੍ਹਾਂ ਨੇ ਕਮਾਇਆ ਹੁੰਦਾ ਹੈ ਨਾ ਜੀਵਨ, ਉਹਨਾਂ ਦੇ ਤਨ ਤੇ ਪਹਿਨਿਆ ਹੋਇਆ ਖੱਦਰ ਦੇ ਝੱਗੀ ਵੀ ਜਿਹੜੀ ਆ ਨਾ, ਨਗੂਣਾ ਜਿਹਾ ਚੋਲਾ ਵੀ, ਉਹ ਉਹਨਾਂ ਦੇ ਤਨ ਕਰਕੇ ਉਹਨਾਂ ਕਰਕੇ ਸ਼ੋਭਾ ਵਾਲਾ ਬਣ ਜਾਂਦਾ ਹੈ। ਮੇਰੇ ਵਰਗੇ ਕੱਪੜਿਆਂ ਨਾਲ ਸ਼ੋਭਾ ਕਰਾਉਂਦੇ, ਉਹ ਕੱਪੜਿਆਂ ਦੀ ਸ਼ੋਭਾ ਬਣ ਜਾਂਦੇ ਨੇ। ਔਰ ਮੇਰੇ ਵਰਗੇ ਜਗ੍ਹਾ ਦੇ ਨਾਲ ਆਪਣੀ ਸ਼ੋਭਾ ਕਰਾਉਂਦੇ ਆ, ਉਹ ਜਗ੍ਹਾ ਦੀ ਸ਼ੋਭਾ ਕਰਾ ਦਿੰਦੇ। ਜਿੱਥੇ ਬੈਠਣ ਸਾਧ ਜਨ ਸੋ ਥਾਨ ਸੁਹੰਦਾ, ਉਹ ਸ਼ੋਭਾ ਵਾਲਾ, ਉਹ ਜਗ੍ਹਾ ਨੂੰ ਭਲੀ ਬਣਾ ਦਿੰਦੇ। ਖੈਰ ਜਨ ਜੀਵ ਵੀ ਜਪਦੇ ਨੇ, ਸਾਧਨਾ ਕਰਦੇ ਨੇ, ਰੱਬ ਨੂੰ ਮਿਲਦੇ ਨੇ। ਵਿਸ਼ੇਸ਼ ਕਰਕੇ ਜਿਨ੍ਹਾਂ ਦੇ ਚਿੱਤ ਦਾ ਹਿੱਸਾ ਬਾਣੀ ਬਣ ਗਈ, ਜਿਨ੍ਹਾਂ ਨੂੰ ਬਾਣੀ ਚੇਤੇ ਹੋ ਗਈ ਨਾ, ਉਹ ਤੁਰਦੇ ਫਿਰਦੇ ਵੀ ਬਾਣੀ ਜਪੀ ਜਾਂਦੇ ਨੇ। ਔਰ ਮਹਾਰਾਜ ਕਹਿੰਦੇ ਉਹ ਵਿਸ਼ੇਸ਼ ਕਰਕੇ ਗੁਰੂ ਰਾਮਦਾਸ ਮਹਾਰਾਜ ਦੇ ਬਚਨਾਂ ਨੂੰ ਚਾਉ ਦੇ ਨਾਲ, ਉਤਸ਼ਾਹ ਦੇ ਨਾਲ, ਪ੍ਰੇਮ ਦੇ ਨਾਲ ਜਪਦੇ ਨੇ, ਗੁਣਗੁਣਾਉਂਦੇ ਰਹਿੰਦੇ ਨੇ। ਉਹ ਸਾਧੂ ਜਨ ਨੇ ਜਿਹੜੇ ਆਪਣੇ ਆਪ ਨੂੰ ਸਵਾਰਨ ਲੱਗ ਪਏ, ਆਪਣੇ ਆਪ ਨੂੰ ਸੁਧਾਰਨ ਲੱਗ ਪਏ। ਮਹਾਰਾਜ ਮੇਰ ਕਰਦੇ ਨੇ। ਆਨੰਦ ਨਿਤ ਮੰਗਲ ਗੁਰ ਦਰਸ਼ਨ ਸਫਲ ਸੰਸਾਰ। ਮਹਾਰਾਜ ਕਹਿੰਦੇ ਫਿਰ ਜੀਵਨ ਅੰਦਰ ਜਦੋਂ ਚਿੱਤ ਤੇਰੇ ਰੱਬ ਹੋ ਗਿਆ ਨਾ, ਚੇਤੇ ਤੇਰੇ ਬਾਣੀ ਹੋ ਗਈ, ਚਿੱਤ ਵਿੱਚ ਗੁਰੂ ਬਾਣੀ ਹੈ ਤੇ ਬਾਣੀ ਤੇਰਾ ਗੁਰੂ ਹੈ। ਜਦੋਂ ਤੈਨੂੰ ਇਹ ਗੱਲ ਚੇਤੇ ਹੋ ਗਈ, ਚਿੱਤ ਵਿੱਚ ਵਸ ਗਈ, ਤੇ ਤੂੰ ਆਪਣੇ ਆਪ ਨੂੰ ਸਵਾਰਨ ਲੱਗ ਪਿਆ, ਸੁਧਾਰਨ ਲੱਗ ਪਿਆ ਗੁਰੂ ਦੇ ਬਚਨਾਂ ਨਾਲ। ਫਿਰ ਨਿਤ ਮੰਗਲ, ਨਿਤ ਖੁਸ਼ੀਆਂ। ਔਰ ਅੱਜ ਖੁਸ਼ੀ ਕੁਝ ਹੋਰ ਹਿਸਾਬ ਨਾਲ ਮਿਲੀ, ਕੱਲ ਨੂੰ ਹੋਰ ਨਾ ਮਿਲੇਗੀ, ਉਦੋਂ ਵੱਧ ਜਾਏਗੀ, ਅੱਗੇ ਉਦੋਂ ਵੱਧ ਜਾਏਗੀ। ਤੇਰੀਆਂ ਖੁਸ਼ੀਆਂ ਦੇ ਵਿੱਚ ਨਿਤ ਵਾਧਾ ਹੋਏਗਾ। ਮਹਾਰਾਜ ਕਹਿੰਦੇ ਕਿਵੇਂ ਹੋਏਗਾ? ਗੁਰ ਦਰਸ਼ਨ ਸਫਲ ਸੰਸਾਰ। ਜਦੋਂ ਗੁਰੂ ਗੁਰੂ ਜਪੇਂਗਾ, ਗੁਰੂ ਗੁਰੂ ਆਰਾਧੇਂਗਾ, ਗੁਰੂ ਦਾ ਦਰਸ਼ਨ ਹੋ ਜਾਵੇਗਾ। ਦਰਸ਼ਨ
देदार उस शब्द ने अंदरे ही देदार करा देना है, अंदरे ही प्रकाश करा देना है। उन्हें तेरे आत्मा नू परमात्मा नाल शब्द ने मिला देना है, एक सुरता करा देनी है, एक मेकता हासिल करा देनी है। फिर सफल संसार, संसार विच तेरा आया सफला, तेरा जीवन जिउया सफला, तेरे कार्य कीते हुए सफले, तेरे कदम चले हुए सफले, तेरे बोल बोले हुए सफले। और महाराज कहते फिर सफल सफल पई यात्रा, आवन जान रहे मिल साधा। वो साधु जन जपन वाले, उन्हां नाल मिल के जदों जपिया ते तेरा आया सफला हो गया। और महाराज कहते संसार सफल गंगा गुर दर्शन, परसन परम पवित्र गते। तेरा संसार दे विच आउणा सफला हो जाएगा, तू संसार नूं सफला कर देवेंगा, संसार दे जीवन नूं सफले कर देंगा जपा के। तेरा जीवन संसार विच रहंदियां फलां दे सहित फलीभूत हो जावेगा। हिरदे अंदर नाम ज्ञान दया धर्म आदि जेड़े शुभ गुण फल प्रगट होणगे। गंगा, ये गंगा नामा गंगा नाम भट दा है। ते कह लगे भट गंगा जी कहते ने गंगा दर्शन। और जिवें गंगा दे सफल गंगा नूं मनदे ना भी गंगा च नहा लिया ते मैल उतर गई ते बस जी मुक्ति हो गई। भट्ट साहब कहते नहीं हो सज्जनों, गंगा दा पानी बाहर दी मैल उतारेगा, तन दा सुकून दे देगा। गर्मी बड़ी है ते उत्थे पानी दे विच 10 मिनट वगदे च बैठ गए ते तुसी उत्थे नहा लिया ते सजना कहन लगे अंदर दा सुकून नाम देवेगा। चाहे वो राम जप, चाहे अल्लाह जप, चाहे वाहिगुरु जप, चाहे खुदा कह, जपिया ही सुकून है अंदर दा। महाराज भट्ट गंगा जी जेड़े ने महाराज दी बाबत कहंदे दातार जी संसार सफल गंगा गुर दर्शन। महाराज सच्चे पातशाह दी बाबत कहंदे दाता तेरे दर्शनां दे नाल गंगा भी पवित्र हो जाती है ते तेरे दर्शन कर लई गंगा भी वहिंदी आ, तेरे चरनां च निवास करदी आ। तेरे चरण जेड़े जल नूं छो जाण वो गंगा नूं भी पवित्र हो जांदा है। जेड़ा जीवन तेरे चरनां नूं छो जावे और वो गंगा नूं भी जाके पवित्र कर देंदा है। उहदे चरण गंगा च भी पै के गंगा दी मैल ला देंदे ने। और नहीं ते जितने तीर्थ देवी थापे सब तितने लोचे धूड़ साधु की ताई। वो सारे साधु की धूड़ चाहते। साधु का मैं दोबारा रिपीट ना करा, अपने पहला सुन लिया भी साधु कौन है, साध कौन है। और ओदी धूड़ ली लोचदे ने क्योंकि साधु नाम जपन वाला है। नाम जपन वाले दे चरण ओदे विच पै गए, ओदी पवित्रता हो जाती है। कह लगे गुर दर्शन, तू गुरु दा दर्शन कर ते उस दर्शन करदियां तेरा संसार शरीर जीवन सफला हो जाएगा। परसन परम पवित्र गते, दर्शना नु परसना, दर्शन परसे गुरु कै, जन्म मरण दुख जाए। परसनाए जपना शब्द ब्रह्म और उन्हों जपदिया होया जपना परसना ते परम सब तो वड्डा मरातबा, सब तो वड्डा और रुतबा पवित्र अंदर दी शुद्धिकरण करके अंदर तेरे कोई विचार विकार और कालख शालक नहीं रहेगी। फिर गते केवल मोक्ष पा लवेगा, रब दा रूप हो जाएगा, ਉਹਨੂੰ ਮਿਲ ਜਾਵੇਗਾ। जब ਉਹਨੂੰ जपेगा जीते जम लोक पतत जे प्राणी। कह लगे जेड़े पतत प्राणी, पतत कहते ने पापी नूं। ते भगत जी ने भी ये बचन कहा है मेरे मालक जे तू पुन्नियां नूं बख्शदा है ना, मन निराशता विच चला जाता है। बई असी पापी किधर जाइए, जे तू पुन्नियां नूं बख्शदा है, धर्मियां नूं बख्शदा है, असी अधर्मी किधर जाइए।
ਅਸੀਂ ਸੁਧਰਨਾ ਚਾਹੁੰਦੇ ਹਾਂ, ਪਰ ਆਈਏ ਤੇਰੇ ਕੋਲ ਕਿਵੇਂ? ਤੇਰੇ ਕੋਲ ਤਾਂ ਕੇਵਲ ਧਰਮੀ ਆਉਂਦੇ ਆ, ਤੇਰੇ ਕੋਲ ਤਾਂ ਪੁੰਨੀਆਂ ਦੀ ਲਾਈਨ ਲੱਗੀ ਏ, ਸਾਡੇ ਪਾਪੀਆਂ ਲਈ ਤਾਂ ਜਗ੍ਹਾ ਕੋਈ ਨਹੀਂ। ਪਰ ਪਰਮਾਤਮਾ ਤੂੰ ਐਡਾ ਦਿਆਲੂ ਆ, ਐਡਾ ਕਿਰਪਾਲੂ ਆ, ਤੂੰ ਸਾਨੂੰ ਪਾਪੀਆਂ ਨੂੰ ਬਖਸ਼ਿਆ, ਗੱਲ ਨਾਲ ਲਾਇਆ। ਅਸੀਂ ਪਾਪ ਕੀਤੇ, ਤੂੰ ਪਾਪਾਂ ਦਾ ਨਾਸ਼ ਕਰਕੇ ਸਾਨੂੰ ਗਲਵਕੜੀ ਵਿੱਚ ਲਿਆ, ਤੇ ਫਿਰ ਅਸੀਂ ਪਾਪੀਆਂ ਨੇ ਤੇਰਾ ਇੱਕ ਨਾਮ ਰੱਖ ਦਿੱਤਾ, ਪੁੰਨੀਆਂ ਨੇ ਨਹੀਂ, ਧਰਮੀਆਂ ਨੇ ਨਹੀਂ। ਕਹਿੰਦਾ ਅਸੀਂ ਪਾਪੀਆਂ ਨੇ ਤੇਰਾ ਇੱਕ ਨਾਮ ਰੱਖ ਦਿੱਤਾ। ਬਾਣੀ ਅੰਦਰ ਬਚਨ ਨੇ ਸਾਹਿਬ ਦੇ, ਕਹਿ ਲੱਗੇ ਜਾਓ ਪੈ ਹਮ ਨਾ ਪਾਪ ਕਰੰਤਾ, ਅਹ ਅਨੰਤਾ ਪਤਤ ਪਾਵਨ ਨਾਮ ਕੈਸੇ ਹੁੰਤਾ। ਮਹਾਰਾਜ ਜਾਓ ਪੈ ਹਮ ਨਾ ਪਾਪ ਕਰੰਤਾ, ਜਦੋਂ ਤੱਕ ਅਸੀਂ ਪਾਪ ਨਾ ਕਰਦੇ, ਤੁਸੀਂ ਪਾਪਾਂ ਦਾ ਨਾਸ਼ ਨਾ ਕਰਦੇ, ਸਾਡੇ ਪਾਪਾਂ ਨੂੰ ਮੁਆਫ ਨਾ ਕਰਦੇ, ਤੇ ਫਿਰ ਪਤਤ ਪਾਵਨ ਨਾਮ ਕੈਸੇ ਹੁੰਤਾ, ਫਿਰ ਤੇਰਾ ਪਤਤ ਪਾਵਨ ਨਾਂ ਨਹੀਂ ਸੀ ਹੋਣਾ। ਤੂੰ ਧਰਮੀ ਸੈਂ, ਅਕਾਲ ਸੈਂ, ਨਿਰਗੁਣ ਸੈਂ, ਔਰ ਸਭ ਕੁਝ ਸੈਂ, ਪਰ ਇਹ ਜਿਹੜਾ ਪਤਤ ਪਾਵਨ ਨਾਮ ਹੈ ਨਾ, ਅਸੀਂ ਪਾਪੀਆਂ ਨੇ ਦਿੱਤਾ, ਪਾਪੀ ਸ਼ਰਨ ਆਏ। ਭੱਟ ਜੀ ਕਹਿੰਦੇ ਨੇ ਜਿਹੜੇ ਪਾਪੀ ਆ ਨਾ ਪਤਤ, ਜਦੋਂ ਉਹ ਪ੍ਰਭੂ ਦੀ ਸ਼ਰਨ ਆਏ, ਪ੍ਰਭੂ ਨੇ ਉਹਨਾਂ ਤੇ ਬਖਸ਼ਿਸ਼ ਕੀਤੀ, ਨਾਮ ਦੀ ਦਾਤ ਬਖਸ਼ੀ, ਉਹਨਾਂ ਨੇ ਜਪਿਆ ਤੇ ਪਾਪਾਂ ਨੂੰ ਝਾੜਿਆ, ਫਿਰ ਉਹਨਾਂ ਜੀਤੇ ਜਮ ਲੋਕ। ਜਮ ਲੋਕ ਜਿੱਥੇ ਜਮਾਂ ਦੀ ਤਾੜਨਾ ਹੈ, ਉਹਨਾਂ ਤੇ ਵੀ ਜਿੱਤ ਪ੍ਰਾਪਤ ਕਰ ਲਈ। ਹੁਣ ਜਮ ਨਹੀਂ ਆਵੇ ਨੇੜੇ, ਕਿੰਨਾਂ ਦੇ ਜੋ ਤੇਰਾ ਰੰਗ ਰਾਤੇ ਸੁਆਮੀ, ਤਿੰਨ ਕਾ ਜਨਮ ਮਰਨ ਦੁਖ ਨਾਸਾ। ਔਰ ਉਹਨਾਂ ਦਾ ਜੰਮਣ ਮਰਨ ਦਾ ਦੁੱਖ ਨਾਸ ਹੋ ਗਿਆ। ਜੇ ਪ੍ਰਾਨੀ ਹਰ ਜਨਾ ਔਰ ਸ਼ਿਵ ਗੁਰ ਗਿਆਨ ਰਤੇ, ਜਿਹੜੇ ਪ੍ਰਾਣਾ ਧਾਰੀ ਜੀਵ ਜਿਹੜੇ ਨੇ, ਮਨੁੱਖ ਨੇ, ਉਹ ਸ਼ਿਵ ਕਹੀਏ ਕਲਿਆਣ ਸਰੂਪ ਪਰਮਾਤਮਾ, ਜਿਹਦਾ ਸਿਮਰਨ ਸ਼ਿਵ ਜੀ ਵੀ ਕਰਦਾ ਹੈ, ਜਿਹਦੇ ਅੱਗੇ ਹੱਥ ਬੰਨ ਕੇ ਸ਼ਿਵ ਜੀ ਵੀ ਔਰ ਦਾਤਾਂ ਪਿਆ ਮੰਗਦਾ ਹੈ, ਔਰ ਜਿਹਦੇ ਨਾਲ ਸੁਰਤ ਜੋੜਦਾ ਹੈ, ਉਹਦੇ ਗਿਆਨ ਵਿੱਚ ਰਤੇ। ਭਗਤ ਜਨ, ਗੁਰਮੁਖ ਜਨ, ਸੰਤ ਜਨ, ਸਾਧੂ ਜਨ, ਗੁਰਸਿੱਖ ਜਨ, ਉਸ ਬ੍ਰਹਮ ਦੇ ਨਿਰਗੁਣ ਕਲਿਆਣ ਸਰੂਪ ਪ੍ਰਭੂ ਦੇ ਗਿਆਨ ਵਿੱਚ ਮਗਨ ਹੋ ਗਏ, ਤਦਾਕਾਰ ਹੋ ਗਏ। ਕਹਿੰਦੇ ਰਘੁਵੰਸ਼ਾ ਤਿਲਕ ਸੁੰਦਰ ਦਸ਼ਰਥ ਘਰ। ਰਘੁਵੰਸ਼ ਦੀ ਗੱਲ ਕਰਦੇ ਨੇ, ਔਰ ਦੁਆਪਰ ਯੁੱਗ ਦੇ ਅੰਦਰ ਅਵਤਾਰੀ ਮਹਾਂਪੁਰਸ਼ ਜਿਹੜੇ ਹੋਏ ਨੇ, ਕਿਉਂਕਿ ਹਵਾਲਾ ਉਸ ਚੀਜ਼ ਦਾ ਦਿੱਤਾ ਜਾਂਦਾ ਜਿਹੜੀ ਪਹਿਲਾਂ ਹੋਵੇ। ਆਪਾਂ ਕਹਿੰਦੇ ਆ ਫਲਾਣੇ ਦੇ ਘਰੇ ਜਿਹੜਾ ਜਵਾਕ ਜੰਮਿਆ ਹੈ ਨਾ, ਇਹ ਜਮਾਂ ਫਲਾਣੇ ਵਰਗਾ, ਕਿਉਂਕਿ ਉਹਦੇ ਨੂੰ ਪਹਿਲਾਂ ਕੁਝ ਹੈ। ਕਹਿੰਦੇ ਮਹਾਰਾਜ ਰਘੂ ਕੁਲ ਦੇ ਅੰਦਰ ਜਿਹੜਾ ਸੀ ਨਾ, ਔਰ ਉਹਦੇ ਅੰਦਰ ਟਿੱਕਾ ਰੂਪ, ਤਿਲਕ ਸਰੂਪ, ਸੁੰਦਰ ਸੋਹਣੇ ਮਹਾਰਾਜਾ ਦਸ਼ਰਥ ਦੇ ਘਰ ਸ਼੍ਰੀ ਰਾਮ ਚੰਦਰ ਜੀ ਆਏ, ਔਰ ਸ਼੍ਰੀ ਰਾਮ ਚੰਦਰ ਜੀ ਦਾ ਜਨਮ ਹੋਇਆ। ਕਹਿੰਦੇ ਮਹਾਰਾਜੇ ਦਸ਼ਰਥ ਦੇ ਘਰ ਉਹਦਾ ਪਿਤਾ ਮਹਾਰਾਜਾ ਸੀ, ਰਾਜਪਾਟ ਸੀ, ਪ੍ਰਜਾ ਸੀ, ਸਾਰੇ ਸੁਖ ਸੁਵਿਧਾਵਾਂ ਸਨ। ਮੁਨ ਬੰਛ ਹੈ ਜਾਕੀ ਸਰਣੰ, ਕਹਿ ਲੱਗੇ ਮੁਨੀ ਵੱਡੇ ਵੱਡੇ ਆ ਕੇ ਫਿਰ ਉਹਦੀ ਸੰਗਤ ਕਰਿਆ ਕਰਦੇ ਸਨ, ਉਹਦੀ ਸ਼ਰਨ ਲਿਆ ਕਰਦੇ ਸਨ ਸ਼੍ਰੀ ਰਾਮ ਚੰਦਰ ਜੀ ਦੀ। ਕਹਿੰਦੇ ਮਾਲਕ ਭੱਟ ਜੀ ਕਹਿੰਦੇ ਉਹ ਰਾਜ ਘਰਾਣੇ ਅੰਦਰ ਜਨਮਿਆ ਅਵਤਾਰੀ ਮਹਾਂਪੁਰਸ਼, ਤੇ ਪ੍ਰਜਾ ਨੇ ਬਹੁਤਾਤ ਅੰਦਰ ਜੁੜੀ ਇਕੱਠੀ ਹੋਈ ਨੇ। ਪਹਿਲਾਂ ਉਹਦੇ ਬਾਪ ਦਾ ਪ੍ਰਭਾਵ ਸੀ, ਫਿਰ ਉਹਦਾ ਪ੍ਰਭਾਵ ਕਬੂਲ ਲਿਆ, ਉਹਦਾ ਪ੍ਰਭਾਵ ਕਬੂਲ ਲਿਆ, ਕਿਉਂਕਿ ਬੇਸ਼ੱਕ ਉਹ ਅਵਤਾਰ ਸੀ, ਪਰ ਭੂਸ਼ਤ ਦਾ ਜ਼ਿਆਦਾ ਤਾਂ ਹੋਇਆ ਰਾਜਪਾਟ ਵੀ ਉਹਦੇ ਕੋਲ ਸੀ, ਹਥਿਆਰ ਵੀ ਕੋਲ ਸੀ, ਫੌਜਾਂ ਵੀ ਕੋਲ ਸੀ, ਹਥਿਆਰਾਂ ਦੀ ਉਹਨੂੰ ਰਾਮਚੰਦਰ ਨੂੰ ਸਿਖਲਾਈ ਵੀ ਦਿੱਤੀ ਗਈ, ਸਭ ਕੁਝ ਹੋਇਆ। ਔਰ ਮਹਾਰਾਜ ਸੱਚੇ ਪਾਤਸ਼ਾਹ ਵੱਡੇ ਵੱਡੇ ਮੁਨੀ ਔਰ ਜਿਹੜੇ ਆ ਭਾਰਤਵਾਦ ਵਰਗੇ ਆ ਕੇ ਉਹਦੇ ਸ਼ਰਨ ਲੈਂਦੇ ਨੇ। ਕਹਿਣ ਲੱਗੇ ਸਤਿਗੁਰੂ ਮਹਾਰਾਜ, ਔਰ ਉਸੇ ਸੂਰਜਵੰਸ਼ੀ
ਔਰ ਜਿਹੜੀ ਸੀ ਕੁਲ ਦੇ ਵਿੱਚ ਤੁਹਾਡਾ ਵੀ ਆਮਦ ਹੋਈ, ਉਹ ਰਾਜੇ ਬਾਪ ਦੇ ਘਰੇ ਜਨਮਿਆ। ਤੇ ਤੁਸੀਂ ਬਾਬਾ ਹਰਦਾਸ ਦੇ ਘਰੇ, ਜਿਹਦੇ ਕੋਲ ਨਿਗੁਣੀ ਜੀ ਦੁਕਾਨ ਸੀ, ਜਿਹਦੇ ਕੋਲ ਬਹੁਤਾ ਵੱਡਾ ਕੋਈ ਘਰ ਵੀ ਨਹੀਂ ਸੀ, ਬਹੁਤੀ ਵੱਡੀ ਕੋਈ ਔਰ ਗਾਹਕੀ ਵੀ ਕੋਲ ਨਹੀਂ ਸੀ, ਬਹੁਤੀ ਵੱਡੀ ਧਨ ਦੀ ਆਮਦ ਵੀ ਕੋਈ ਨਹੀਂ ਸੀ। ਔਰ ਜਿਹਦੇ ਦਾਲੇ ਉਦਾਲੇ ਰਾਮਚੰਦਰ ਦੇ ਕੋਲ 3 ਮਾਵਾਂ ਸਨ, ਬਾਪ ਸੀ, ਰਾਜ ਦਰਬਾਰੀ ਸਨ, ਪਰ ਉਹਦੇ ਕੋਲ ਕੋਈ ਨਹੀਂ। ਰਾਮਚੰਦਰ ਜਿੱਦਣ ਘਰੋਂ ਤੁਰਿਆ, ਉਹਦੇ ਨਾਲ ਭਰਾ ਤੁਰਿਆ, ਉਹਦੇ ਨਾਲ ਪਤਨੀ ਤੁਰੀ ਆ, ਔਰ ਪ੍ਰਜਾ ਕਿਦੋਂ ਤੱਕ ਪਿੱਛੇ ਗਈ? ਗੁਰੂ ਰਾਮਦਾਸ ਮਹਾਰਾਜ। ਔਰ ਜਿੱਦਣ ਤੁਸੀਂ ਚੂਨਾ ਮੰਡੀ ਲਾਹੌਰ ਤੋਂ ਤੁਰੇ ਤੇ ਕੁਝ ਲੋਕ ਉਹ ਸਨ ਜਿਹੜੇ ਹੱਸਦੇ ਸਨ, ਕਹਿੰਦੇ ਇਹਦੀ ਦੁਕਾਨ ਬੰਦ ਹੋਈ, ਤਾਲਾ ਲੱਗਿਆ, ਗਾਹਕ ਸਾਡੇ ਪੈਣਗੇ। ਕੁਝ ਨੇ ਕਿਹਾ ਘਰ ਵੀ ਹੁਣ ਸਾਡੇ ਜੋਗਾ ਹੈ, ਤੇ ਪਿੱਛੇ ਨੂੰ ਗਰਦਨ ਘੁਮਾ ਘੁਮਾ ਕੇ ਤੱਕਦੇ ਸਨ। ਜਿੱਦਣ ਨਾਨੀ ਬਾਸਰ ਕੇ ਨੂੰ ਲੈ ਕੇ ਆਈ, ਪਿੱਛੋਂ ਕੋਈ ਇਹ ਵੀ ਨਹੀਂ ਸੀ ਕਹਿੰਦਾ ਜੇਠਿਆ ਕਿਉਂ ਚੱਲਿਆ ਹੈ, ਜੇਠਿਆ ਕੀ ਫੇਰ ਮਿਲਾਪ ਹੋਵੇਗਾ ਕਿ ਨਹੀਂ ਹੋਵੇਗਾ। ਮਹਾਰਾਜ ਕਿਸੇ ਨੇ ਨਹੀਂ ਪੁੱਛਿਆ, ਉਹਦੇ ਭਰਤ ਪਿੱਛੇ ਜਾਂਦਾ ਤੇ ਜਾ ਕੇ ਉਹਨੂੰ ਕਹਿੰਦਾ ਰਾਜ ਕਰੋ। ਖੜਾਵਾਂ ਲਿਆਉਂਦਾ, ਉਡੀਕ ਕਰਦਾ ਕਿ ਤੁਸੀਂ ਆਵੋਗੇ। ਇਧਰ ਚੂਨਾ ਮੰਡੀ ਲਾਹੌਰ ਵਿੱਚ ਕੋਈ ਵੀ ਉਡੀਕ ਨਹੀਂ ਕਰਦਾ ਕਿ ਤੁਸੀਂ ਇਸ ਘਰ ਵਿੱਚ ਵਾਪਸ ਆਵੋਗੇ, ਪਰਤ ਕੇ ਆਓਗੇ, ਇੱਥੇ ਚਹਿਲ ਮਹਿਲ ਹੋਵੇ, ਇੱਥੇ ਰੌਣਕਾਂ ਲੱਗਣ। ਉਹਦੀ ਉਡੀਕ ਸੀ ਰਾਮਚੰਦਰ ਦੀ। ਬਨਵਾਸ ਕੱਟ ਕੇ ਆਵੇਗਾ, ਤਖਤ ਤੇ ਬੈਠੇਗਾ ਔਰ ਉਸ਼ਾਸਨ ਚੱਲੇਗਾ, ਸਾਰੇ ਔਰ ਜੈ ਜੈਕਾਰ ਕਰਾਂਗੇ। ਪਰ ਗੁਰੂ ਰਾਮਦਾਸ ਮਹਾਰਾਜ ਤੁਹਾਡੇ ਲਈ ਇਹ ਸੁਵਿਧਾ ਨਹੀਂ ਸੀ। ਮਹਾਰਾਜ ਜਦੋਂ ਤੁਸੀਂ ਗੁਰੂ ਅਮਰਦਾਸ ਮਹਾਰਾਜ ਦੇ ਚਰਨ ਪਰਸੇ, ਉਹਨਾਂ ਦੀ ਕਿਰਪਾ ਹੋ ਗਈ, ਸਤਿਗੁਰ ਗੁਰ ਸੇਵ ਔਰ ਸੱਚੇ ਗੁਰੂ ਦੇ ਨਾਲ ਜੁੜੇ, ਉਹਨਾਂ ਦੀ ਸੇਵਾ ਕੀਤੀ, ਸਿਮਰਨ ਕੀਤਾ। ਅਲਖ ਗਤ ਜਾ ਕੀ, ਜਿਹਦੀ ਗਤ ਮਰਜ਼ਾਦਾ ਲਖਣੇ ਤੋਂ ਪਰਾਂ, ਬਿਆਨਬਾਜ਼ੀ ਤੋਂ ਪਰਾਂ ਬਿਆਨ ਨਹੀਂ ਕੀਤੀ ਜਾ ਸਕਦੀ। ਗੁਰੂ ਰਾਮਦਾਸ ਮਹਾਰਾਜ ਆਪ ਸਾਰਿਆਂ ਦੇ ਸ਼੍ਰੋਮਣੀਓ ਤਾਰਨ ਤਰਣੰ। ਮਹਾਰਾਜ ਆਪ ਪਾਰ ਉਤਾਰਾ ਕਰਦੇ ਹੋ। ਉਹਦੇ ਕੋਲ ਰਾਜ ਪਾਠ ਸਭ ਕੁਝ, ਉਹਦੀ ਤਾਂ ਜੈ ਜੈਕਾਰ ਹੋਈ। ਉਹਨੂੰ ਪਿੱਛੇ ਉਡੀਕਣ ਵਾਲੇ ਉਡੀਕਦੇ ਪਏ ਸਨ। ਮਹਾਰਾਜ ਤੈਨੂੰ ਕੋਈ ਉਡੀਕਣ ਵਾਲਾ ਨਹੀਂ, ਤੂੰ ਨਗੁਣੇ ਜੇ ਘਰਾਣੇ ਦੇ ਵਿੱਚੋਂ ਉੱਠ ਕਰਕੇ, ਔਰ ਮਹਾਰਾਜ ਨੇ ਗੁਣੇ ਦੇ ਘਰ ਵਿੱਚੋਂ ਉੱਠ ਕੇ ਜਦੋਂ ਰੱਬ ਦੀ ਸ਼ਰਨ ਲਈ ਨਾ, ਮੇਰੇ ਦਾਤਿਆ ਵੱਡੇ ਵੱਡੇ ਰਿਸ਼ੀ, ਵੱਡੇ ਵੱਡੇ ਮੁਨੀ, ਵੱਡੇ ਵੱਡੇ ਤਪਸੀ ਜਿਹੜੇ ਆ ਕੇ ਤੇਰੀ ਸ਼ਰਨ ਲੈਂਦੇ ਨੇ, ਸ਼ਾਂਤੀ ਤੇਰੇ ਤੋਂ ਮਿਲਦੀ ਆ। ਜਿੱਥੇ ਕੇਵਲ ਔਰ ਤਨ ਦੀ ਭੁੱਖ ਮਿਟਾਣਾ, ਉੱਥੇ ਮਨ ਦਾ ਗਿਆਨ ਵੀ, ਨਾਮ ਵੀ ਦੇਣਾ ਹੈ, ਅੰਦਰ ਬਾਹਰ ਦਾ ਭੋਜਨ ਦੇਣਾ ਹੈ। ਮਹਾਰਾਜ ਐਸੀ ਕਿਆਸ ਨਹੀਂ, ਇਹ ਤੇਰੀ ਹੀ ਉਪਮਾ ਆ। ਤੇ ਮੇਰੇ ਵੈਗਰੂ ਜਿੰਨੇ ਆਉਂਦੇ ਨੇ, ਕੋਈ ਤਨ ਦੀ ਮੰਗ ਲੈ ਕੇ ਆਉਂਦਾ, ਕੋਈ ਮਨ ਦੀ, ਕੋਈ ਘਰ ਦੀ, ਕੋਈ ਬਾਹਰ ਦੀ, ਕੋਈ ਕਾਰੋਬਾਰ ਦੀ। ਮਹਾਰਾਜ ਸਾਰਿਆਂ ਦੀਆਂ ਝੋਲੀਆਂ ਭਰਦਾ ਆ। ਮਹਾਰਾਜ ਸਾਰਿਆਂ ਨੂੰ ਤਾਰਨ ਵਾਸਤੇ, ਸਾਰਿਆਂ ਦੇ ਸ਼੍ਰੋਮਣੀ, ਉਹਨਾਂ ਨਾਲੋਂ ਪ੍ਰਭਤਾ ਵੱਡੀ, ਕਿਉਂਕਿ ਕੋਈ ਰਾਜ ਪਾਠ ਕੋਈ ਜਾਣਦਾ ਬੁੱਝਦਾ ਨਹੀਂ, ਉਦੋਂ ਉਪਮਾ ਵੱਡੀ। ਔਰ ਜਿਹਨੂੰ ਰਾਮਚੰਦਰ ਜੀ ਦਾ ਜਾਪ ਜਪਦਾ ਸੀ ਨਾ, ਅਵਤਾਰੀ ਮਹਾਂਪੁਰਸ਼ ਤੁਸੀਂ, ਉਹ ਰੂਪ ਸਾਰਿਆਂ ਦਾ ਪਾਰ ਉਤਾਰਾ ਕਰਨ ਵਾਸਤੇ, ਔਰ ਤਰਣੰ ਕਹੀਏ ਜਹਾਜ਼ ਰੂਪ, ਨਾਮ ਦਾ ਜਹਾਜ਼ ਹੈ ਤੁਹਾਡੇ ਕੋਲ। ਭੱਟ ਜੀ ਕਹਿੰਦੇ ਤੁਸੀਂ ਉਹ ਰੂਪ ਜਪਦੇ ਜਿਹਨੂੰ ਸਾਰੇ ਕਹਿ ਲਗੇ ਸੰਸਾਰ ਅਗਮ ਸਾਗਰ ਤੁਲਾਹਾ। ਮਹਾਰਾਜ ਸੰਸਾਰ ਗਮਤਾ ਤੋਂ ਪਰੇ, ਪਾਰ ਨਹੀਂ ਹੋਇਆ ਜਾ ਸਕਦਾ, ਬੜਾ ਔਖਾ ਹੈ। ਤੇ ਇਹ ਇੱਕ ਸਾਗਰ ਹੈ, ਸਮੁੰਦਰ ਦੀ ਵਾਤੇ, ਏਡਾ ਵੱਡਾ ਸੰਸਾਰ ਹੈ। ਤੇ ਮਹਾਰਾਜ ਤੁਲਹਾ, ਤੂੰ ਹੈ, ਤੇਰਾ ਨਾਮ ਤੁਲਹਾ ਹੈ।
तेरा नाम तू तुला है चलाउण वाला। और हर नाम गुरु मुख पाया, गुरु दे मुख तो तुलहा पाया कि ये हर नाम, हरि दा नाम जिते चढ़ के पार लंघना है, संसार तो तर जाना है। और गुरु दे मुख तो जिहड़ा है नाम प्राप्त करके जिन्हां ने जपिया, तुसी जपिया तुसी और आ करके तख्त दे मालिक बने, वो नाम जेड़ा पा के जप के सेवा ते सिमरन करके तुसी मालिक रूप हो गए। वो नाम अज सिखां नूं बख्श रहे हैं और सिखां नूं वो दातां बख्श रहे हैं। और वो तुसां ने पाया जग जन्म मरण भगा। कह लगे जेड़े सिखां ने तुहाडे तो वो नाम पा लिया ना, प्राप्त कर लिया, उन्हां दा जगत विच संसार विच रहिंदिआं जन्म मरण दा जिहड़ा भै सी वो भग्गा भज गया, नाश हो गया। वो सिख जन्म मरण तो रहत हो गए। यह आई ही है प्रतीत, उन्हां दे हिरदे विच सिखां दे प्रतीत भरोसा आ गया कि मैं गुरु रामदास साहब नूं ध्याया है, गुरु रामदास साहब दी बख्शिश नाम जपिया है और मैं कदे जम्मन मरण च नहीं पैंदा। मैनू मेरे गुरु ते भरोसा, उन्हां दे हिरदे विच भरोसा आ गया। प्रतीत ही है आई जिन जन कै, जिन जेड़े जन्नां दे जीवां दे हिरदे विच गुरु का भरोसा कायम हो गया। सानू तां भरोसा ही नहीं ना, इत्थे अरदास करके जाइए फिर वही अरदास पता नहीं कित्थे जाके कर देनी है। सानू भरोसा ही नहीं भी प्रभु साडा कारज करेगा, सानू विश्वास ही नहीं। थां थां ते मंगते बने पे तां ही कह लगे। और जदों प्रतीत ही आई और जिन जन के जेड़े जन जीव दे हिरदे विच भरोसा कायम दायम हो गया कि गुरु कृपा करेगा, तिन को पदवी उच्च भई, उन्हां नूं उच्ची पदवी मिली, उच्चा मरातबा मिलिया, वो गुरु रूप हो गए। उन्हां दे गुरु वांग बचन चले, गुरु ने उन्हां दी जय जयकार करा देती। और तज माया मोह लोभ आर लालच काम क्रोध की बिरथा गई। वो जिन्हां नूं पदवी उच्ची होई ना, गुरु ने कृपा कर देती और जपन वालियां ते उन्हां दे हिरदे विचों उन्हां त्याग्या माया। माया बहु प्रकारी भाई जेते जी तेते डकाई। जिन्नियां कामनावां ने और जिन्नियां इच्छावां ने जिहदे नाल चित्त जुड़ के गुरुद्वारा मंदिर मस्जिद आउणा जाना भुल जांदा है, जिहदे नाल चित्त जुड़ के रब भुल जांदा है और माड़े पासे नूं ख्यालात वधन लगन, वो चीज़ां माया जे। असी कला ना देश की करंसी ते खड़े होने आ बई ये माया। गुरमुखो ये तो सतगुरां कोल भी सी, गुरु के लंगर कल ही कादे ना चलदे सी, ते जिहड़ी फौज सतगुरां कोल सी उन्हां नूं तनख्वाह कादी मिलदी सी, कित्थों आउंदी सी। और गुरु के शास्त्र बस्त्र जिहड़े आ वो कित्थों तैयार हुंदे सन। सतगुरां कोल माया भी चढ़दी सी और बस्तर भी चढ़ते सन, शस्त्र भी चढ़ते सन, घोड़े भी चढ़ते सन, सारा ये और विभूति सी ना। और ये नहीं क्या ये पा के तेनू मालक भुल जावे, देन वाला भुल जावे, वो तेरे लिए जहर है, वो तेरे लिए सप वांगू डंग मार के तेरे अंदर जहर हंकार दा फैला के तेरा नष्ट कर देवेगी, उहदे तो बच। और कह लगे उन्हां माया नूं त्याग्या। और माया की है, महाराज सच्चे पातशाह कहंदे ने ये माया जिहड़ी आ ना, इह माया और जिहड़ी ने आके परमात्मा भुला दिता, जिन्हें परमेश्वर भुला दिता, इनू पा के उन्हों माया कहते। चाहे वह शरीर होवे, चाहे वह शस्त्र होवे, चाहे वह राज होवे, कोई भी होवे, जिन्हों वेख के रब भुल गया। कहते उन्होंने मोह आपणियां दा त्याग्या, लोभ कि मैं इत्थे इहदा काम करां ते इहदे तो मेरा दुगना बने जां मैं इहदे तो दुगना लां। और वो लोभ लालच हिरदे दे अंदर बहुता कुछ प्राप्त करना। और कहन लगे काम जिन्नियां कामनावां ने, काम वासनावां तो आद
और काम काम सबको कहे काम न जाने कोए, जेती मन की कामना काम कहावै सोए। सारियां कामनावां काम ही। और वो दुखेड़ दियां क्रोध गुस्सा, किसी वो कुछ नहीं मिलिया तो उन्होंने मारन ते तुलदा है, ये बिरथा गई, ये अंदरों खत्म हो गई, ये दुख अंदरों खत्म हो गया, चला गया। और व्यर्थ ये चीज़ां ने चलियां गईयां। अवलोकिया ब्रह्म भरम सब छुटकिया। जदों ब्रह्म अकाल पुरख वैगुरु शुद्ध अवलोकिया, उहदा दीदार कीता, उहनूं वेखिया, दीदार कीता, दर्शन होया, उस वेले भरम जिहड़ा बनिया सी ना वो सब छुट गया, सारा खत्म हो गया, छुटकारा मिल गया, नजाकता मिल गई। दिव्य दृष्टि कारण करणं। और जदों अपनी दिव्य दृष्टि की, मेर भरी नदर की, अमृतमयी नदर की, वो सारे कारणां दे करन वाली, सारे कारजां नूं सवारन वाली और तेरी मेर भरी नदर है। और महाराज सारे कारजां दी संपन्नता तेरी नदर दे अंदर वसदी आ, सारे सुख तेरी नदर अंदर वसदे ने, लख खुशियां पात साइयां जे सतगुर नदर करे, तेरी नदर विच दातां वसदियां ने। सतगुर गुर सेवा अलख गत जाकी, श्री रामदास तारण तरण। उस सच्चे सतगुरु पूजे योग नो सेव सिमर याद कर, जिहदी लख ने तो परे और जानकारी तो जेड़ा परे आ, ओदी गत मर्यादा नू समझ, जिहदी ऐसी गत मर्यादा है, वो मर्यादा दा मालक के सब दे श्रोमणी सतगुरु रामदास महाराज, जेड़े तारन तरन दुनिया नू तारन वास्ते और जहाज रूप ने, नाम दा जहाज है उन्हां दे कोल, चढ़ा के जपा के पार कर देंदे ने। प्रताप सदा गुर का घट घट प्रगास भया। गुरु दा प्रकाश चानना जेड़ा घट घट मैं हरजू बसै, वो घट घट दे अंदर जेड़ा प्रकाश है, ਜਿਹੜੀ अपनी जिंद जान है ना, अपने अंदर सता है ना, जिन्हों जान कहो, आत्मा कहो, जिंद कहो, ये गुरु की बख्शी आ। वो जिन्ना चिर उहदी सता अंदर काम करदी आपां नूं दिसदा है, ते जदों उहने खिच लई अपनी जोत, जब तू खींच है स्वामी तब कोई करो बखियाना। जदों अपनी जोत खिच लैंदा है, उदों जिहदा मूँह खुला होवे ते मूँह खुला ही रह जाता है, अखां खुलियां ते खुलियां ही रह जांदियां, बंद ने ते बंद ही रह जांदियां ने। किसी दे गोडे गलती दे नाल ऐं तां नूं खड़े आ ना, ते कुछ समा जिन्ने तां उदों लंमियां करतियां ते कुछ समा लंघ जावे ते फिर तुसीं उहनां नूं खिच खिच के भावें बन्नी जाया जे, वो तां भी नहीं रहिंदियां, तां भी तां नूं खड़े हो जाणगे गोडे जे। महाराज साहब कहंदे ओदी सता अंदर सफुरती कम पई कर दिया, और सारे घटां दे अंदर प्रकाश उहदा है, ज्ञान दा प्रकाश है, अंदर बाहर दा प्रकाश उही दे रहा है। जस जन के जीवां दे हिरदियां अंदर जस उपमा वड्याई रूप होके शोभा है उहदी सारियां दे हिरदियां अंदर। एक पढ़ै सुनै गावै प्रभाते करै इस्नान। एक रब दे गुणां नूं पढ़दे ने, बाणी नूं पढ़दे ने, एक सुनदे ने ते एक गायन करके दूजियां नूं सुणाउंदे गाउंदे ने। महाराज जिन्हों कहंदे गाविया सुनिया हर तिन का हर थाए पावै, जिन सतगुर की आग्या सत सत कन मानी। महाराज ये भी कहंदे ने बई वो आ, और जिन्हें अंदर प्रेम कर लिया, सुनिया मन्निया मन कीता भाओ, अंदर प्रेम उत्पन्न हो गया है, ते फिर प्रभाते करह इस्नान। प्रभात प्रभाते उठ नाम जप निस बासर आराध, कारा तुझे ना व्यापही नानक मिटे उपाद। प्रभात अमृत वेला उठ के इशनान करते ने, बाहर दा इशनान करके फिर सिमरन विच जुड़ जाते हैं। पहला तन का इशनान करते हैं, फिर सिमरन विच जुड़ जाते हैं। और महाराज कहते जो सिमरन च जुड़ते हैं ना, प्रभाते करे इशनान अमृत वेला,
ਜਦੋਂ ਚੌਂਕੜਾ ਮਾਰ ਕੇ ਅੰਦਰ ਧਿਆਨ ਟਿਕਾ ਕੇ ਫੁਰਨਿਆਂ ਤੋਂ ਸੰਕੋਚ ਕਰਕੇ ਜਪਣ ਲੱਗ ਪਿਆ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਉਦੋਂ ਪ੍ਰਭਾਤ ਅੰਮ੍ਰਿਤ ਵੇਲੇ ਅੰਦਰੋਂ ਵੀ ਇਸ਼ਨਾਨ ਕਰਦਾ ਪਿਆ ਹੈ, ਅੰਦਰ ਦੀ ਵੀ ਮੈਲ ਉਤਾਰਦਾ ਪਿਆ ਹੈ, ਅੰਦਰ ਨੂੰ ਵੀ ਪਵਿੱਤਰ ਕਰਦਾ ਹੈ। ਇਸ਼ਨਾਨ ਕਰਹਿ ਪ੍ਰਭਾਤ ਸੁਧ ਮਨ। ਜਦੋਂ ਪ੍ਰਭਾਤ ਵੇਲੇ ਜਾਪ ਕਰਨਾ ਨਾ, ਅੰਮ੍ਰਿਤ ਵੇਲੇ ਉੱਠ ਕੇ ਸਿਮਰਨ ਕਰਨਾ, ਗੁਰੂ ਗੁਰੂ ਜਪਣਾ ਉੱਠਦਿਆਂ ਸਾਰ, ਥੋੜਾ ਜਪੋ ਬਹੁਤਾ ਜਪੋ, ਜਿਵੇਂ ਜਿਵੇਂ ਆਨੰਦ ਮੰਨਦਾ ਜੀਵ ਦਾ ਮਨ ਕਰਦਾ ਵੱਧ ਜਪਾਂ। ਔਰ ਉਹ ਜਪਦਾ ਮਹਾਰਾਜ ਕਹਿੰਦੇ ਫਿਰ ਉਹ ਮਨ ਦਾ ਸ਼ੁੱਧੀਕਰਨ ਹੁੰਦਾ, ਮਨ ਦੀ ਮੈਲ ਉਤਰਦੀ ਉਸ ਜਾਪ ਨਾਲ। ਮਹਾਰਾਜ ਨੇ ਕਿਹਾ ਹੈ ਚੜੇ ਦਿਵਸ ਫਿਰ ਗੁਰਬਾਣੀ ਗਾਵੇ। ਅੰਮ੍ਰਿਤ ਵੇਲਾ ਸਿਮਰਨ ਦਾ, ਸਿਮਰਨ ਕਰ ਤੇ ਕੋਈ ਸਮਾਂ ਸਿਮਰਨ ਕਰਕੇ ਫਿਰ ਬਾਣੀ ਗਾ, ਫਿਰ ਨਿਤਨੇਮ ਕਰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਪਟ ਸਾਹਿਬਾਨ ਕੈ ਇਸ਼ਨਾਨ ਕਰੇ ਪ੍ਰਭਾਤ ਸੁਧ ਮਨ। ਮਨ ਨੂੰ ਸ਼ੁੱਧ ਕਰਕੇ, ਮਨ ਸ਼ੁੱਧ ਦਾ ਮਤਲਬ ਇਹ ਆ ਕਿ ਪਿਆਰਿਓ ਪਹਿਲਾਂ ਜਾਪ ਕੀਤਾ ਮਨ ਦੀ ਇਕਾਗਰਤਾ ਲਈ, ਮਨ ਸ਼ੁੱਧ ਮੈਨੇ ਆ। ਜਦੋਂ ਜਾਪ ਕਰਨਾ ਵਿਚਾਲੇ ਕੋਈ ਇੱਛਾ, ਕੋਈ ਫੁਰਨਾ, ਕੋਈ ਖਿਆਲ ਨਾ ਉਪਜਣ ਦੇਣਾ, ਜਿਹਦੇ ਨਾਲ ਮਨ ਮੈਲਾ ਹੋ ਜਾਵੇ। ਮਾਲਕ ਨੂੰ ਮਿਲਣਾ ਹੈ, ਕੇਵਲ ਯਾਦ ਮਾਲਕ ਦੀ ਹੋਵੇ। ਬੈਠੇ ਤਾਂ ਯਾਦ ਮਾਲਕ ਦੀ ਵਿੱਚ ਹੁੰਨੇ ਆ ਤੇ ਪਿਆਰਿਓ, ਔਰ ਮਨ ਕੁਝ ਹੋਰ ਹੀ ਸੋਚਦਾ ਹੁੰਦਾ, ਅੱਜ ਫਲਾਣੇ ਰਿਸ਼ਤੇਦਾਰ ਦੇ ਵੀ ਜਾਣਾ, ਅੱਜ ਫਲਾਣੇ ਦੇ ਭੋਗ ਤੇ ਜਾਣਾ, ਫਲਾਣੇ ਥਾਂ ਜਾਣਾ ਹੈ, ਔਰ ਉਹ ਮਨ ਉਹ ਉਧਰ ਨੂੰ ਤੁਰਦਾ ਹੁੰਦਾ ਹੈ ਤੇ ਅੰਦਰੋਂ ਸ਼ਾਂਤੀ ਕਿੱਥੋਂ ਮਿਲੇ। ਹੁਣ ਚਿਤਵਦਾ ਜਿੰਨੇ ਸਿਮਰਨ ਕਰਨਾ ਸੀ ਉਹ ਤਾਂ ਰਿਸ਼ਤੇਦਾਰਾਂ ਨੂੰ, ਉਹ ਤਾਂ ਪਸ਼ੂਆਂ ਨੂੰ, ਉਹ ਤਾਂ ਘਰ ਦੇ ਕੰਮਾਂ ਨੂੰ ਚਿਤਵਦਾ ਪਿਆ, ਜਿਨ੍ਹਾਂ ਦੇ ਵਿੱਚ ਟਿਕਾਓ ਨਹੀਂ ਖੰਡਾਓ ਆ। ਸ਼ੁੱਧ ਕਰ, ਇਹਨਾਂ ਤੋਂ ਰਹਿਤ ਕਰ, ਇਹਨਾਂ ਫੁਰਨਿਆਂ ਨੂੰ, ਇਹਨਾਂ ਨੂੰ ਤੋੜ ਡਾਲ, ਖਤਮ ਕਰ। ਮਨ ਦੇ ਅੰਦਰੋਂ ਮਨ ਦੇ ਅੰਦਰੋਂ ਮੈਲ ਨੂੰ ਉਤਾਰ। ਫਿਰ ਗੁਰ ਪੂਜਾ ਵਿਦ ਸਹਿਤ ਕਰੰ। ਵਿਧੀ ਸਹਿਤ ਫਿਰ ਗੁਰੂ ਦੀ ਪੂਜਾ ਕਰ। ਜਦੋਂ ਮਨ ਸੁੱਧ ਹੋ ਗਿਆ, ਉਹ ਪੂਜਾ ਕੀ ਹੈ? ਪੂਜਾ ਕੋਈ ਦੂਜੀ ਨਹੀਂ, ਪਵਿੱਤਰਤਾ ਦੇ ਸਹਿਤ ਜਪਣਾ। ਔਰ ਪੂਜਾ ਕੀਚੈ ਹਰ ਨਾਮ ਧਿਆਈਐ, ਬਿਨ ਨਾਵੇ ਪੂਜ ਨਾ ਹੋਏ। ਪ੍ਰਭੂ ਪਰਾਇਣ ਹੋ ਕੇ, ਪ੍ਰਭੂ ਅਨੁਸਾਰ ਹੋ ਕੇ, ਮਨ ਮਰਜ਼ਾਦਾ ਵਿੱਚ ਪਰਪੱਕ ਰਹਿ ਕੇ ਨਾਮ ਨੂੰ ਜਪਣਾ, ਗੁਰੂ ਗੁਰੂ ਜਪਣਾ, ਉਹਨਾਂ ਗੁਣਾਂ ਦੇ ਧਾਰਨੀ ਹੋਣਾ। ਮਹਾਰਾਜ ਕਹਿੰਦੇ ਵਿਧ ਮਰਜ਼ਾਦਾ ਢੰਗ ਜੋ ਗੁਰੂ ਨੇ ਜਪਨ ਦਾ ਦੱਸਿਆ, ਉਸ ਵਿਧੀ ਦੇ ਨਾਲ ਸਹਿਤ ਹੋ ਕੇ ਉਹਨੂੰ ਜਪੇ। ਫਿਰ ਕੰਚਨ ਤਨ ਹੋਏ ਪਰਸ ਪਾਰਸ ਕੋ। ਕਹਿੰਦੇ ਫਿਰ ਸਰੀਰ ਜਿਹੜਾ ਹੈ ਨਾ, ਸ਼ਬਦ ਰੂਪ ਪਾਰਸ ਨੂੰ ਸਪਰਸ਼ ਕਰਕੇ ਮਨ ਸ਼ੁੱਧ 12 ਵੰਨੀ ਦੇ ਸੋਨੇ ਦੀ ਤਰ੍ਹਾਂ ਹੋ ਜਾਵੇਗਾ ਔਰ ਪਵਿੱਤਰ ਹੋ ਜਾਵੇਗਾ, ਕੰਚਨ ਬਣ ਜਾਵੇਗਾ। ਜੋਤ ਸਵਰੂਪੀ ਧਿਆਨ ਧਰੰ। ਜਦੋਂ ਉਹ ਜੋਤ ਸਰੂਪ ਜਿਹੜਾ ਪਰਮਾਤਮਾ ਜਿਹਦੀ ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਮਹਾਰਾਜ ਭੱਟ ਸਾਹਿਬ ਕਹਿੰਦੇ ਨੇ ਉਹ ਜੋਤ ਜਿਹੜੀ ਆ ਨਾ ਸਵਰੂਪੀ, ਉਹਨੂੰ ਹਿਰਦੇ ਦੇ ਅੰਦਰ ਸਵੈ ਸਰੂਪ ਆਪਣੇ ਆਪ ਅੰਦਰ ਧਿਆਨ ਧਰੰ। ਉਹ ਜੋਤ ਦਾ ਧਿਆਨ ਧਰਨਾ, ਉਹਨੂੰ ਜਗਮਗਾਉਂਦੀ ਦੇ ਦੀਦਾਰ ਕਰਨੇ ਔਰ ਅੰਦਰ ਪ੍ਰਕਾਸ਼ ਵੇਖਣਾ। ਅਸੀਂ ਬਾਹਰ ਪ੍ਰਚਾਰ ਵੀ ਕਰਦੇ, ਪਸਾਰ ਵੀ ਕਰਦੇ ਹਾਂ, ਬਾਹਰ ਜਾਪ ਵੀ ਕਰਦੇ ਹਾਂ, ਬਾਹਰ ਚਾਨਣਾ ਵੀ, ਪਰ ਸਾਡੇ ਅੰਦਰ ਦੀ ਹਾਲਤ ਹੈ ਦਿਲ ਅੰਧਿਆਰੀ ਰਾਤ। ਅੰਦਰ ਦੀਵਾ ਜਗਾਈਏ। ਜਿਹਦੇ ਘਰ ਚਾਨਣਾ ਹੋਵੇਗਾ ਨਾ, ਵਸਤੂਆਂ ਘਰੋਂ ਮਿਲਣੀਆਂ, ਬਾਹਰੋਂ ਤਾਂ ਖੱਜਲ ਖੁਆਰੀ ਏ। ਮਹਾਰਾਜ ਸਾਹਿਬ ਕਹਿੰਦੇ ਨੇ ਘਰ ਦੇ ਅੰਦਰ ਦੀਵਾ ਜਗਾ, ਆਪਣੇ ਘਰ ਸਵੈ ਸਰੂਪ ਦੇ ਅੰਦਰ ਟਿਕ ਜਾ, ਸਭ ਕੁਝ ਮਿਲੇਗਾ। ਜਗ ਜੀਵਨ ਜਗਨਨਾਥ, ਜਲ ਥਲ ਮੈਂ ਰਹਿਆ ਪੂਰਾ, ਬਹੁ ਬਿਦ ਵਰਣੰ। ਜਿਹੜਾ ਜਗਤ ਦਾ ਜੀਵਨ ਸਰੂਪ ਜਗਨਨਾਥ ਮਾਲਕ ਏ, ਪ੍ਰਭੂ ਆ, ਉਹ ਜਲ ਪਾਣੀ ਦੀਆਂ ਤਹਿਆਂ ਦੇ ਅੰਦਰ ਔਰ ਤਰਲ ਜਗਾਵਾਂ ਤੇ, ਥਲ ਖੁਸ਼ਕ ਜਗਾਵਾਂ ਤੇ ਔਰ ਇਹਨਾਂ ਦੇ ਮਹਿ ਵਿੱਚ ਔਰ ਰਹਿਆ ਰਮਿਆ ਹੋਇਆ ਪੂਰ ਇੱਕ ਰਸ। ਪਾਣੀ ਅੰਦਰ ਵੀ ਤੇ ਪਾਣੀ ਤੋਂ ਬਾਹਰ ਵੀ ਹੈ, ਪਾਣੀ ਦੇ ਅੰਦਰ ਵੀ ਉਹਦਾ ਵਾਸ ਆਇਆ। ਬਹੁ ਬਿਦ ਵਰਣੰ।
ਜਿਹਨੂੰ ਬਹੁ ਵਿਧੀਆਂ ਢੰਗ ਦੇ ਨਾਲ ਵਰਣਨ ਕੀਤਾ, ਬਿਆਨ ਕੀਤਾ ਹੈ, ਜਪਨਾ ਕੀਤਾ ਹੈ। ਸਤਿਗੁਰ ਗੁਰ ਸੇਵ ਅਲਖ ਗਤ ਜਾ ਕੀ। ਜਿਹੜਾ ਪਾਣੀ ਦੀਆਂ ਤਹਿਆਂ ਵਿੱਚ, ਖੁਸ਼ਕ ਜਗਾਵਾਂ ਪਹਾੜਾਂ ਦੀਆਂ ਟੀਸੀਆਂ ਤੇ ਆ, ਸਾਰੇ ਜੀਵ ਜੰਤੂਆਂ ਨੂੰ ਪਾਣੀ ਵਿੱਚ ਵੀ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਦਾ ਹੈ। ਹੁਣ ਪਹਾੜਾਂ ਦੀਆਂ ਟੀਸੀਆਂ ਤੇ ਪਾਣੀ ਦਾ ਤੁਬਕਾ ਨਹੀਂ, ਉੱਥੇ ਵੀ ਉਹਨਾਂ ਦੀ ਪਿਆਸ ਬੁਝਾਉਂਦਾ ਹੈ। ਉੱਥੇ ਜਿਹੜੇ ਪੌਦੇ ਨੇ ਉਹਨਾਂ ਨੂੰ ਵੀ ਪਾਣੀ ਦੇ ਕੇ ਹਰਾ ਭਰਾ ਰੱਖਦਾ ਹੈ। ਕਹਿੰਦੇ ਉਹ ਜਿਹੜਾ ਲੱਖ ਜਾਣਕਾਰੀ ਤੋਂ ਪਰੇ ਆ, ਔਰ ਉਹਦੀ ਮਰਜ਼ਾਦਾ ਨੂੰ ਜਾਣ ਜਾ ਕੀ ਜਿਸ ਦੀ, ਔਰ ਉਹਦੀ ਮਰਜ਼ਾਦਾ ਨੂੰ ਸਮਝ। ਸ਼੍ਰੀ ਰਾਮਦਾਸ ਤਾਰਨ ਤਰਨੰ। ਉਹ ਸਤਿਗੁਰੂ ਰਾਮਦਾਸ ਮਹਾਰਾਜ ਸਾਰਿਆਂ ਦੇ ਤਾਰਨ ਵਾਸਤੇ ਤਰਨੰ ਜਹਾਜ਼ ਰੂਪ ਏ। ਉਹ ਨਾਮ ਦਾ ਜਹਾਜ਼ ਏ, ਉਹਦੇ ਤੇ ਚੜ ਅਸਵਾਰ ਹੋ ਪਾਰ ਲੰਘ ਜਾਵੇਂਗਾ। ਉਸ ਅਕਾਲ ਨਾਲ ਜੁੜੇਗਾ ਤਾਂ ਹੀ ਸੁਖ ਪਾਵੇਂਗਾ। ਇਹ ਸਤਿਗੁਰੂ ਗਰੀਬ ਨਿਵਾਜ ਦਾਤਾਰ ਪ੍ਰਭੂ ਜੀ ਆ ਸਾਡੇ ਤੇ ਕਿਰਪਾ ਕਰਦਿਆਂ ਹੋਇਆਂ ਮਿਹਰ ਕਰਦੇ। ਜਿਹਨੂੰ ਬਾਤ ਨਿਸ਼ਚਲ ਧਰੂ ਜਾਨੀ, ਤੇਈ ਜੀਵ ਕਾਲ ਤੇ ਬਚਾ। ਕਹਿੰਦੇ ਜਿਨ੍ਹਾਂ ਨੇ ਨਿਸ਼ਚਲ ਯਕੀਨਨ ਭਰੋਸਾ ਕਰਕੇ ਇਹ ਬਾਤ ਜਾਣ ਲਈ, ਜਿਵੇਂ ਧਰੂ ਭਗਤ ਨੂੰ ਜਿਹੜਾ ਸੀ ਨਾ, ਜਦੋਂ ਚੱਲਿਆ ਕਰਨ ਤਪ ਨੂੰ, ਤਪ ਕਰਨ ਤੁਰ ਪਿਆ ਤੇ ਅੱਗੋਂ ਨਾਰਦ ਜੀ ਮਿਲ ਗਏ। ਉਹਨਾਂ ਕਿਹਾ ਰੱਬ ਦਾ ਨਾਮ ਐਉਂ ਜਪ, ਐਉਂ ਸਿਮਰਨ ਕਰ। ਉਹਨੇ ਯਕੀਨ ਮੰਨ ਲਿਆ ਕਿ ਐਉਂ ਜਪਣ ਨਾਲ ਮੈਨੂੰ ਮਿਲ ਜਾਵੇਗਾ, ਹੋਰ ਕੋਈ ਇੱਛਾ ਨਹੀਂ ਰੱਖੀ। ਕਹਿੰਦੇ ਉਹ ਧਰੂ ਨੇ ਜਦੋਂ ਜਾਣਿਆ, ਉਹਨੂੰ ਪ੍ਰਗਟ ਰੂਪ ਭਗਵਾਨ ਮਿਲਿਆ। ਜਿਹੜੇ ਜੀਵ ਨੇ ਨਿਸ਼ਚਾ, ਜਿਹੜੇ ਜੀਵ ਦਾ ਧਰੂ ਦੀ ਤਰ੍ਹਾਂ ਹੋ ਗਿਆ, 5 ਸਾਲਾਂ ਦਾ ਬੱਚਾ ਸੀ, ਔਰ ਉਹਦੇ ਵਰਗਾ ਭਰੋਸਾ ਜਦੋਂ ਜੀਵ ਦੇ ਮਨ ਵਿੱਚ ਆ ਗਿਆ ਨਾ, ਜਿਹੜੇ ਦੇ, ਤੇਈ ਉਹ ਜੀਵ ਕਾਲ ਤੋਂ ਬਚਾ। ਉਹਦਾ ਕਾਲ, ਮੌਤ, ਮਾੜਾ ਸਮਾਂ ਕੁਝ ਨਹੀਂ ਵਿਗਾੜ ਸਕਦਾ। ਜਿਹਨੇ ਭਰੋਸਾ ਐਸਾ ਪਰਮਾਤਮਾ ਤੇ ਕੀਤਾ ਤੇ ਉਹਦੀ ਤਰ੍ਹਾਂ ਜਪਣ ਲੱਗਿਆ। ਤਿਨ ਤਰਿਓ ਸਮੁਦਰ ਰੁਦਰ ਖਿਣ ਇਕ ਮਹਿ, ਜਲਾਰ ਬਿੰਬ ਜੁਗਤ ਜਗ ਰਚਾ। ਕਹਿ ਲੱਗੇ ਉਸ ਜੀਵ ਨੇ, ਔਰ ਜਿਹੜਾ ਸਮੁੰਦਰ ਰੁਦਰ ਬੜਾ ਭਿਆਨਕ ਸੀ ਨਾ ਸੰਸਾਰ, ਉਹ ਤਰਿਆ ਖੇਣਾ ਇੱਕ ਮੈਂ, ਇੱਕ ਛਿਣ ਦੇ ਵਿੱਚ ਹੀ, ਅੱਖ ਦੇ ਫੁਰਕ ਵਿੱਚ ਹੀ। ਜਲਹਰ ਬਿੰਬ ਜੁਗਤ ਜਗ ਰਚਾ। ਕਹਿੰਦੇ ਜਿਵੇਂ ਬੱਦਲ ਤੇ ਬੱਦਲਾਂ ਦੇ ਵਿੱਚੋਂ ਔਰ ਡਿੱਗੀਆਂ ਹੋਈਆਂ ਬੂੰਦਾਂ ਔਰ ਪਾਣੀ ਦੀਆਂ ਨੇ, ਉਹ ਜਗਤ ਦੇ ਵਿੱਚ ਰਚ ਜਾਂਦੀਆਂ ਨੇ। ਕਹਿੰਦੇ ਉਹ ਜੀਵ ਐਉਂ ਰਚ ਜਾਂਦਾ ਹੈ। ਬੱਦਲਾਂ ਦੀ ਛਾਂ ਜਿਵੇਂ ਲੰਘ ਜਾਂਦੀ ਆ ਔਰ ਛਾਇਆ, ਕਹਿੰਦੇ ਜੀਵ ਤੋਂ ਮਾੜਾ ਸਮਾਂ ਉਹ ਅੱਗੇ ਲੰਘ ਜਾਂਦਾ ਹੈ, ਉਹਦੇ ਤੇ ਨਹੀਂ ਆਉਂਦਾ। ਫਿਰ ਕੁੰਡਲਨੀ ਸੁਰਜੀ ਸਤ ਸੰਗਤ, ਪਰਮਾਨੰਦ ਗੁਰੂ ਮੁਖ ਮਚਾ। ਕੁੰਡਲਨੀ ਹਿਰਦੇ ਦੇ ਅੰਦਰ ਇੱਕ ਭੁਜੰਗਮਾ ਨਾੜੀ ਹੈ। ਭੁਜੰਗਮਾ ਉਹਦਾ ਨਾਂ ਤਾਂ ਹੈ ਕਿ ਸੱਪ ਦੀ ਤਰ੍ਹਾਂ ਉਹ ਟੇਢੀ ਮੇਢੀ ਆ। ਉਹਦੀ ਲੰਬਾਈ ਬਹੁਤ ਲਿਖੀ ਹੋਈ ਹੈ, ਖੈਰ ਮੈਂ ਉਸ ਵਿਚਾਰ ਵਿੱਚ ਨਾ ਪਵਾਂ, ਉਹ ਉਲਝੀ ਹੁੰਦੀ ਆ। ਤੇ ਜਿਹੜੇ ਜੋਗੀ ਜਨ ਨੇ ਉਹ ਆਪਣੇ ਯੋਗ ਸਾਧਨਾ ਦੇ ਨਾਲ ਉਹਨੂੰ ਸਿੱਧ ਕਰਦੇ ਨੇ, ਭੁਜੰਗਮਾ ਨੂੰ। ਉਹ ਸਾਰੇ ਸਰੀਰ 'ਚ ਫਿਰਦੀ ਆ। ਔਰ ਖੈਰ ਉਹ ਯੋਗ ਸਾਧਨਾ ਦਾ ਅੰਗ ਮੈਂ ਸੰਖੇਪ 'ਚ ਅਰਜ਼ ਕਰਾਂ। ਉਹ ਕੁੰਡਲਨੀ ਸੁਰਜੀ, ਜਿਹੜੀ ਜੀਵਨ ਦੀ ਕੁੰਡਲਨੀ ਹਿਰਦੇ ਦੇ ਵਿੱਚੋਂ ਉਲਝੀ ਹੋਈ ਸੀ ਨਾ, ਕਹਿੰਦੇ ਉਹ ਸੁਲਝ ਗਈ, ਸਾਫ ਸੁਥਰੀ ਹੋ ਗਈ, ਵਿਚਾਰ ਹੋ ਗਏ ਸਾਫ ਸੁਥਰੇ, ਭਗਵਾਨ ਨੂੰ ਜਪਦਿਆਂ ਸੋਝੀ ਆ ਗਈ ਔਰ ਉਹਦੇ ਵਿੱਚ ਉਹ ਰੁੱਝ ਗਈ ਪਰਮਾਤਮਾ ਦੇ ਨਾਮ ਵਿੱਚ। ਜਿਹੜੀ ਕੁੰਡਲ ਮਾਰ ਕੇ ਬੈਠੀ ਸੀ ਨਾ ਨਾਗ ਦੀ ਨੁਮਾ, ਔਰ ਉਹ ਹੁਣ ਡਲਾਈ ਮਾਨੀ ਕਰਦੀ, ਸੁੱਝੀ ਕਿੱਥੇ ਆ ਕੇ? ਸਤ ਸੰਗਤ। ਸਤ ਸੰਗਤ ਦੇ ਵਿੱਚ ਆ ਕੇ ਪਰਮਾਨੰਦ, ਜਿਹੜਾ ਪਰਮ ਆਨੰਦ ਉਹ ਪ੍ਰਾਪਤ ਹੋਇਆ। ਗੁਰੂ ਮੁਖ ਮਚਾ, ਗੁਰੂ ਦੇ ਮੁਖ ਤੋਂ ਬਚਨਾਂ ਨੂੰ ਸੁਣ ਕੇ, ਸਭ ਤੋਂ ਵੱਡਾ ਜਿਹੜਾ ਗੁਰੂ, ਉਹਦੇ ਬਚਨਾਂ ਨੂੰ ਸੁਣ ਕੇ ਤੇ ਹਿਰਦੇ ਦੇ ਅੰਦਰ ਉਹ ਆਨੰਦ ਖੇੜਾ ਆ ਗਿਆ, ਮੱਚਾ ਮਿਲ ਗਿਆ ਉਹਦੇ ਵਿੱਚ। ਜਦੋਂ ਕੁੰਡਲਨੀ ਸੁਰਜੀ, ਜਦੋਂ ਅੰਦਰੋਂ ਸੁਲਝ ਗਿਆ, ਐਉਂ ਮੋਟੇ ਜੇ ਰੂਪ 'ਚ ਇਹਨੂੰ ਮੰਨ ਲਈਏ ਬਈ ਜਦੋਂ ਅੰਦਰ ਸਾਫ ਸੁਥਰਾ ਹੋ ਕੇ ਵਿਚਾਰ ਇੱਧਰ ਉੱਧਰ ਵਾਲੇ, ਉਲਝਣਾ ਤਾਣੀਆਂ ਵਾਲੇ ਉਧਰੋਂ ਬਚ ਗਿਆ
ਤੇ ਸਿੱਧਾ ਜੇ ਰੂਪ 'ਚ ਕੇਵਲ ਰੱਬ ਦਾ ਚਾਹਵਾਨ ਰਹਿ ਗਿਆ, ਹੋਰ ਕੋਈ ਇੱਛਾ ਨਹੀਂ, ਕੇਵਲ ਪ੍ਰਭੂ ਦੇ ਮਿਲਾਪ ਦੀ ਰਹਿ ਗਈ। ਔਰ ਜਿਹੜਾ ਜੀਵਨ ਉਲਝਿਆ ਸੀ ਨਾ ਤਾਣੀ, ਉਹ ਸੁਲਝ ਗਈ, ਪਰਮਾਤਮਾ ਨੂੰ ਮਿਲਣ ਵਾਲਾ ਹੋ ਗਿਆ। ਸ੍ਰੀ ਗੁਰੂ ਸਾਹਿਬ ਸਭ ਉੱਪਰ, ਜਿਹੜੇ ਸਭ ਦੇ ਸ਼੍ਰੋਮਣੀ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ, ਉਹ ਸਾਰਿਆਂ ਦੇ ਉੱਪਰ ਮਨ ਬਚ ਕਰਮ ਸੇਵੀਐ ਸੱਚਾ। ਕਹਿ ਲੱਗੇ ਉਹ ਸੱਚਾ ਜਿਹੜਾ ਪਰਮਾਤਮਾ ਹੈ ਨਾ, ਉਹਨੂੰ ਨਿਸ਼ਚੇ ਕਰਕੇ, ਮਨ ਕਰਕੇ, ਬਚਨਾ ਕਰਕੇ, ਕਰਮਾਂ ਕਰਕੇ, ਸਰੀਰ ਕਰਕੇ, ਮਨ ਬਾਣੀ ਸਰੀਰ ਕਰਕੇ ਉਹ ਸੱਚੇ ਪਰਮਾਤਮਾ ਨੂੰ ਸੇਵੀਏ। ਸਾਡੇ ਜੀਵਨ ਦੀ ਤਾਣੀ ਵੀ ਜਿਹੜੀ ਉਲਝੀ ਏ, ਇਹ ਸੁਲਝ ਜਾਵੇ, ਸਾਡਾ ਆਇਆ ਸਫਲਾ ਹੋ ਸਕੇ। ਸਤਿਗੁਰੂ ਗਰੀਬ ਨਿਵਾਜ ਕਿਰਪਾ ਕਰਨ ਔਰ ਸਾਡੀ ਤਾਣੀ ਜਿਹੜੀ ਉਲਝੀ ਆ ਇਹ ਸੁਲਝ ਜਾਵੇ। ਇਹਦਾ ਵਿਦਵਾਨਾਂ ਨੇ ਬੜਾ ਖੁਲਾਸਾ ਕੀਤਾ ਹੈ। ਜੋਗੀ ਕਿਵੇਂ ਖੋਲ੍ਹਦੇ ਨੇ ਇਸ ਔਰ ਕੁੰਡਲਨੀ ਨੂੰ, ਇਹ ਕਿਵੇਂ ਖੁੱਲ੍ਹਦੀ ਏ, ਖੁੱਲੀ ਗੰਠ ਹੁਆ ਵਪਾਰ। ਉਹ ਆ ਗੰਢ, ਅੰਦਰ ਦੀ ਗੰਢ ਕਿਵੇਂ ਖੁੱਲ੍ਹਦੀ ਏ, ਬੜਾ ਲੰਬਾ ਜਿਹੜਾ ਸਬਜੈਕਟ ਏ। ਔਰ ਮੈਂ ਕੇਵਲ ਮੋਟੇ ਜਿਹੇ ਰੂਪ 'ਚ ਆਪ ਦੇ ਨਾਲ ਇਹਨੂੰ ਸਾਂਝ ਪਾਈਏ, ਕਿਉਂਕਿ ਕੱਲਾ ਕੁੰਡਲਨੀ ਤੇ ਬੋਲਣ ਵਾਲੇ ਵਿਦਵਾਨ ਬੜਾ ਸਮਾਂ ਲੰਮਾ ਲੈਕਚਰ ਦੇ ਜਾਂਦੇ ਨੇ। ਮੈਂ ਲੜੀਵਾਰ ਕਥਾ ਕਰਦਾ ਹੋਇਆ ਔਰ ਕੇਵਲ ਮੋਟੇ ਜਿਹੇ ਰੂਪ 'ਚ ਜਿਹੜੇ ਆਪ ਸਾਰੀਆਂ ਸੰਗਤਾਂ ਨੂੰ ਸਮਝ ਆ ਜਾਏ। ਕਈ ਬਹੁਤ ਪੜ੍ਹੇ ਲਿਖੇ ਹੁੰਦੇ ਨੇ ਗੁਰਮਤਿ ਨੂੰ, ਜਿਨ੍ਹਾਂ ਨੂੰ ਗੱਲ ਜਿੰਨੀ ਮਰਜ਼ੀ ਗਹਿਰਾਈ ਵਿੱਚ ਕਹਿ ਦਈਏ ਸਮਝ ਆ ਜਾਂਦੀ। ਕੁਝ ਸੰਗਤ ਉਹ ਹੁੰਦੀ ਏ ਜਿਨ੍ਹਾਂ ਨੂੰ ਉਹ ਗੱਲ ਮੁੜ ਕੇ ਭੁੱਲ ਹੀ ਜਾਂਦੀ ਵੀ ਗੱਲ ਕੀ ਸੀਗੀ, ਕਿਹੜੀ ਗੱਲ ਹੈ ਕਰੀਏ, ਉਹ ਸੀ ਕਿ ਆ ਸੀ, ਉਹ ਚੱਕਰ 'ਚ ਪੈ ਜਾਂਦੀ। ਇਸ ਕਰਕੇ ਯਤਨ ਹੈ ਮੇਰਾ ਕਿ ਮੋਟੇ ਜਿਹੇ ਰੂਪ 'ਚ, ਸਿੱਧੇ ਸਾਦੇ ਰੂਪ 'ਚ ਮੈਂ ਕਥਾ ਕਰਾਂ ਔਰ ਜਿਹਦੇ ਨਾਲ ਆਪ ਸਾਰੇ ਤਰ੍ਹਾਂ ਦੀ ਸੰਗਤ ਨੂੰ ਗੱਲ ਸਮਝ 'ਚ ਆਵੇ। ਜਿਹੜੇ ਸਮਾਂ ਕੱਢ ਕੇ ਆਉਣੇ ਉਹ ਸਾਰਿਆਂ ਦੇ ਪੱਲੇ ਕੁਝ ਨਾ ਕੁਝ ਪੈ ਸਕੇ ਤੇ ਅਸੀਂ ਇੱਕ ਅੱਧਾ ਕਦਮ ਸਾਰੇ ਹੀ ਅੱਗੇ ਨੂੰ ਤੁਰ ਸਕੀਏ। ਔਰ ਸੱਚੀ ਸਰਕਾਰ ਮਿਹਰ ਕਰਨ, ਸਾਨੂੰ ਸਾਰਿਆਂ ਨੂੰ ਸਮੱਤ ਦਾ ਦਾਨ ਬਖਸ਼ਿਸ਼ ਕਰਨ ਔਰ ਗੁਰੂ ਕੇ ਬਚਨ ਜਾਣ ਕੇ ਗੁਰੂ ਕੀ ਸਾਧ ਸੰਗਤ ਨੇ ਹਿਰਦਿਆਂ 'ਚ ਵਸਾਵਣੇ। ਦਾਸ ਨੂੰ ਗੁਰੂ ਕੀ ਸੰਗਤ ਦਾ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰ ਦਾ ਕੂਕਰ ਜਾਣ ਕੇ ਬੇਅੰਤ ਭੁੱਲਾਂ ਦੀ ਖਿਮਾ ਕਰਨੀ ਜੀ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਅਰਦਾਸ ਅੰਦਰ ਸ਼ਾਮਲ ਹੋਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।